ਗੁਰੂ ਨਾਨਕ ਦਾ ਸਿਧਾਂਤ ਵੰਡ ਛਕੋ। ਵੰਡ ਛਕੋ ਕਿਤੇ ਨਾ ਕਿਤੇ ਅਸੀਂ ਦੁਨੀਆ ਦੇ ਵਿੱਚ ਸਿਰਫ ਲੰਗਰ ਨੂੰ ਲੈ ਕੇ ਹੀ ਇੱਕ ਸੋਚ ਬਣਾ ਲਈ ਹੈ, ਪਰ ਅਗਰ ਅਸੀਂ ਵੰਡ ਛਕੋ ਦੀ ਗੱਲ ਕਰੀਏ, ਸੇਵਾ ਦੀ ਗੱਲ ਕਰੀਏ, ਤਾਂ ਹੋਰ ਵੀ ਐਸੀਆਂ ਬੜੀਆਂ ਸੇਵਾਵਾਂ ਨੇ ਜਿਹੜੀਆਂ ਵੰਡ ਛਕਣ ਦਾ ਸਿਧਾਂਤ ਦੇ ਉੱਤੇ, ਗੁਰੂ ਸਾਹਿਬ ਦੇ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲਦੀਆਂ ਨੇ। ਉਹਦੇ ਵਿੱਚੋਂ ਅੱਜ ਇੱਕ ਸੇਵਾ ਦੀ ਗੱਲ ਅਸੀਂ ਕਰਾਂਗੇ ਸਰਦਾਰ ਬਹਾਦਰ ਸਿੰਘ ਜੀ USA ਵਾਲਿਆਂ ਨਾਲ, ਜੋ ਸੇਵਾਵਾਂ ਉਹ ਕਰ ਰਹੇ ਨੇ ਉਹਨਾਂ ਨਾਲ ਦਿਲ ਦੀਆਂ ਗੱਲਾਂ ਕਰਨਗੇ ਸਰਦਾਰ ਗੁਰਮੋਹਨ ਸਿੰਘ ਜੀ ਰਾਜਾ ਸਾਂਸੀ। ਅਸੀਂ ਸਰਦਾਰ ਬਹਾਦਰ ਸਿੰਘ ਜੀ ਨੂੰ ਜੀ ਆਇਆਂ ਆਖਦੇ ਆਪਣੇ ਪ੍ਰੋਗਰਾਮ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਰਾਂਗਾ ਕਿ ਦਿਲ ਦੀਆਂ ਗੱਲਾਂ ਕਰਨਗੇ ਸਰਦਾਰ ਬਹਾਦਰ ਸਿੰਘ ਨਾਲ ਸਰਦਾਰ ਗੁਰਮੋਹਨ ਸਿੰਘ ਜੀ। ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ ਰਾਜਾ ਸਾਂਸੀ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ ਅਤੇ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ। ਰੋਜ਼ ਦੀ ਤਰ੍ਹਾਂ ਇੱਕ ਮਹਿਮਾਨ ਨੂੰ ਲੈ ਕੇ ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਔਰ ਮਹਿਮਾਨ ਉਹ ਜਿਨ੍ਹਾਂ ਨੇ ਸਮਾਜ ਲਈ, ਮੁਆਸ਼ਰੇ ਲਈ, ਸੁਸਾਇਟੀ ਲਈ ਕੁਝ ਕੀਤਾ ਹੈ ਔਰ ਕਰ ਰਹੇ ਹਨ ਔਰ ਕਰਦੇ ਰਹਿਣਗੇ ਤੁਹਾਡੀਆਂ ਅਸੀਸਾਂ ਦੇ ਨਾਲ। ਅੱਜ ਦੇ ਮਹਿਮਾਨ ਜਿਨ੍ਹਾਂ ਨੂੰ ਅਸੀਂ ਟਾਈਟਲ ਦਿੱਤਾ ਹੈ ਮਨੁੱਖਤਾ ਦੀ ਸੇਵਾ, ਉੱਤਮ ਸੇਵਾ। ਇਹ ਮਹਿਮਾਨ ਜਿਹੜੇ ਨੇ ਇਹ ਉੱਗੇ ਸਮਾਜ ਸੇਵੀ ਨੇ, ਅੰਥਕ ਮਿਹਨਤ ਕਰਕੇ ਅੱਜ ਅਮਰੀਕਾ ਉੱਗੇ ਸਨਅਤਕਾਰ ਦੇ ਰੂਪ ਵਿਚਕਾਰ ਵਿਚਰ ਰਹੇ ਹਨ, ਪਰ ਆਪਣੇ ਮੁੱਢ ਉੱਤਰ ਪ੍ਰਦੇਸ਼ ਦੇ ਤਰਾਈ ਹਲਕੇ ਪੀਰਾ ਖੀਰੀ, ਜ਼ਿਲ੍ਹਾ ਲਖੀਮਪੁਰ ਖੀਰੀ ਵਿਖੇ ਅੱਜ ਵੀ ਇਹਨਾਂ ਦੀਆਂ ਤੰਦਾਂ ਜੁੜੀਆਂ ਹੋਈਆਂ। ਅੱਜ ਵੀ ਵਨ ਬੀਟ ਸੰਸਥਾ ਦੇ ਨਾਮ ਦੇ ਉੱਤੇ ਉਸ ਹਲਕੇ ਦੇ ਵਿਚਕਾਰ ਜਿੱਥੇ ਮੈਡੀਕਲ ਹਸਪੀਟਲ, ਮੈਡੀਕਲ ਐਜੂਕੇਸ਼ਨ ਔਰ ਇਸ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਉਸ ਦੇ ਨਾਲ ਨਾਲ ਇਹਨਾਂ ਨੇ ਕੌਮ ਦੇ ਵਜ਼ੀਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਰਾਗੀ, ਪ੍ਰਚਾਰਕ, ਕਥਾਵਾਚਕ, ਪਾਠੀ, ਉਹਨਾਂ ਨੂੰ ਮਦਦ ਕਰਦੇ ਨੇ, ਸਹਿਯੋਗ ਦਿੰਦੇ ਨੇ। ਔਰ ਨਾਲ ਨਾਲ ਸਾਡੀ ਕੌਮ ਦਾ ਇੱਕ ਬੇਸ਼ਕੀਮਤੀ ਇਤਿਹਾਸ, ਜਿਹੜਾ ਕਿ ਇਤਿਹਾਸ ਸਾਨੂੰ ਅੱਜ ਵਰਕਿਆਂ ਤੇ ਲੱਭਣਾ ਔਖਾ ਹੁੰਦਾ ਪਿਆ ਹੈ, ਉਹ ਹੈ ਗੱਦਰੀ ਬਾਬਿਆਂ ਦਾ ਇਤਿਹਾਸ, ਜਿਸ ਨੂੰ ਇਹ ਸੰਭਾਲ ਕੇ ਵੀ ਰੱਖ ਰਹੇ ਨੇ ਔਰ ਨਾਲ ਉਸ ਦਾ ਪ੍ਰਚਾਰ ਪ੍ਰਸਾਰ ਕਰਕੇ ਸਮਾਜ ਨੂੰ ਉਹਦੀ ਰੌਸ਼ਨੀ ਵੀ ਪਾ ਰਹੇ ਨੇ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਸਰ ਬਹਾਦਰ ਸਿੰਘ ਜੀ ਨਾਲ। ਸਰ ਬਹਾਦਰ ਸਿੰਘ ਜੀ, ਜੀ ਆਇਆਂ ਨੂੰ। ਆਪ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਹੋ। ਦਰਸ਼ਕਾਂ ਵੱਲੋਂ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਵੱਲੋਂ, ਸਿੱਖੀ ਚੱਲ ਰਹੇ ਦਰਸ਼ਕਾਂ ਵੱਲੋਂ ਤੁਹਾਨੂੰ ਜੀ ਆਇਆਂ, ਜੀ ਆਇਆਂ, ਜੀ ਆਇਆਂ। ਦੋ ਸ਼ਬਦ ਇਸ ਮੌਕੇ ਤੇ ਕਹੋਗੇ, ਫਿਰ ਮੈਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਾਂਗਾ। ਸਭ ਤੋਂ ਪਹਿਲਾਂ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਤੇ ਸਿੱਖੀ ਚੈਨਲ ਦੇ ਸਾਰੇ ਦਰਸ਼ਕਾਂ ਦਾ ਔਰ ਆਪ ਸਾਰੇ ਪਰਿਵਾਰ ਦਾ ਜੀ ਬਹੁਤ ਬਹੁਤ ਧੰਨਵਾਦ ਜੋ ਦਾਸ ਨੂੰ ਮੌਕਾ ਬਖਸ਼ ਰਹੇ ਹੋ ਚੈਨਲ ਦੇ ਉੱਤੇ ਰੂਬਰੂ ਹੋਣ ਦਾ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਸਰ ਬਹਾਦਰ ਸਿੰਘ ਜੀ ਆਪ ਜੀ ਦੇ ਨਾਲ। ਆਪ ਜੀ ਅਮਰੀਕਾ ਦੇ ਅੰਦਰ ਇੱਕ ਅੱਛੇ ਉਦਯੋਗਪਤੀ ਦੇ ਰੂਪ ਵਿੱਚ ਵਿਚਰ ਰਹੇ ਹੋ, ਇੱਕ ਸਮਾਜ ਸੇਵੀ ਦੇ ਰੂਪ ਵਿੱਚ ਉੱਭਰ ਰਹੇ ਹੋ ਔਰ ਭਾਰਤ ਦੀ ਤੰਦਾਂ ਦੀ ਜਿਹੜੀਆਂ ਤੁਹਾਡੀਆਂ ਤੰਦਾਂ ਜੁੜੀਆਂ ਹੋਈਆਂ ਭਾਰਤ ਦੇ ਨਾਲ, ਕਿਉਂਕਿ ਜ਼ਮੀਨੀ ਪੱਧਰ ਤੇ ਤੁਸੀਂ ਭਾਰਤ ਦੀ ਧਰਤੀ ਦੀ ਮਿੱਟੀ ਦੇ ਅੰਦਰ, ਜਿੱਥੇ ਤੁਸੀਂ ਹਲਕਾ ਕਹਿ ਸਕਦੇ ਹਾਂ ਜ਼ਿਲ੍ਹਾ ਲਖੀਮਪੁਰ ਖੀਰੀ ਦੇ ਵਿਚਕਾਰ ਜਿਹੜਾ ਤੁਹਾਡਾ ਪਿੰਡ ਹੈ, ਉੱਥੇ ਤੁਸੀਂ ਸੇਵਾਵਾਂ ਵੀ ਕਰਦੇ ਪਏ ਹੋ। ਉਹਨਾਂ ਸਾਰੀਆਂ ਸੇਵਾਵਾਂ ਦੇ ਵਿੱਚੋਂ ਮੈਂ ਅੱਜ ਪੁੱਛਣਾ ਚਾਹਾਂਗਾ, ਜਿਹੜੀ ਵਨ ਬੀਟ ਸੰਸਥਾ ਹੈ, ਵਨ ਬੀਟ ਸੰਸਥਾ ਦਾ ਜਿਹੜਾ ਕੰਮ ਕੀ ਹੈ ਔਰ ਉਹਦਾ ਕਾਰਜ ਖੇਤਰ ਕੀ ਹੈ? ਮੇਰਾ ਸਵਾਲ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿ ਉਹ ਕੀ ਕੰਮ ਕਰਦੇ ਨੇ ਤੇ ਨਾਲ ਉਹ ਕਿਹੜਾ ਏਰੀਆ ਦੇ ਵਿਚਕਾਰ ਉਹਨੂੰ ਫੀਡ ਕਰਦੇ ਨੇ। ਇਹਦੇ ਤੇ ਸਾਨੂੰ ਦਰਸ਼ਕਾਂ ਨੂੰ ਜਾਣਕਾਰੀ ਦਿਓ। ਵਨ ਬੀਟ ਜੀ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ 2012 ਦੇ ਵਿੱਚ ਅੱਖਾਂ ਦੇ ਕੈਂਪਾਂ ਤੋਂ ਸ਼ੁਰੂ ਕੀਤਾ ਗਿਆ ਸੀ, ਤਾਂ ਉਸ ਦੇ ਨਾਲ ਹੌਲੀ ਹੌਲੀ ਸਾਨੂੰ ਜੋ ਸਮਾਜ ਦੇ ਵਿੱਚ ਉੱਥੇ ਵਿਚਰਦੇ ਸਾਨੂੰ ਪਤਾ ਲੱਗਾ ਕਿ ਉੱਥੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਮੈਡੀਕਲ ਪ੍ਰੋਬਲਮਸ ਜਿਹੜੀਆਂ ਹੈਗੀਆਂ ਕਮਿਊਨਿਟੀ ਨੂੰ ਆ ਰਹੀਆਂ, ਜੋ ਕਿ ਰੂਰਲ ਇਲਾਕਾ ਹੋਣ ਕਰਕੇ ਲੋਕਾਂ ਦੇ ਕੋਲੇ ਕੋਈ ਵੀ ਸੁਵਿਧਾ ਨਹੀਂ ਹੈ ਜੀ। 150 ਕਿਲੋਮੀਟਰ ਜਾਂ 200 ਕਿਲੋਮੀਟਰ ਦੂਰ ਜਾਣਾ ਪੈਂਦਾ ਇਲਾਜ ਵਾਸਤੇ। ਸੋ ਦਾਸ ਸਾਰੇ ਪਰਿਵਾਰ ਨੇ ਮਿਲ ਕੇ ਸੋਚਿਆ ਕਿ ਕਿਉਂ ਨਾ ਆਪਣੇ ਇਲਾਕੇ ਦੇ ਵਿੱਚ ਕੁਝ ਨਾ ਕੁਝ ਇਸ ਤਰ੍ਹਾਂ ਦਾ ਸੇਵਾਵਾਂ ਪ੍ਰੋਵਾਈਡ ਕੀਤੀਆਂ ਜਾਣ, ਜੋ ਕਿ ਜਿਹਦੇ ਕੋਲ 4 ਪੈਸੇ ਹਨ ਜੀ ਉਹ ਤਾਂ ਦੂਰ ਵੀ ਜਾ ਕੇ ਆਪਣਾ ਇਲਾਜ ਕਰਵਾ ਲੈਂਦਾ, ਪਰ ਜਿਹੜਾ ਗਰੀਬ ਬੰਦਾ ਜੀ ਉਹਦੇ ਕੋਲ ਤਾਂ ਕਿਰਾਇਆ ਦੇਣ ਵਾਸਤੇ ਪੈਸੇ ਵੀ ਨਹੀਂ ਹੈਗੇ, ਤਾਂ ਉਹਨੇ ਦੂਰ ਤਾਂ ਜਾਣ ਦੀ ਦੂਰ ਲੋੜ ਕਿਸ ਤਰ੍ਹਾਂ ਪਹੁੰਚ ਸਕਦਾ ਜੀ। ਤੋ ਬਹੁਤ ਸਾਰੇ ਲੋਕ ਜੀ ਰਸਤੇ 'ਚ ਹੀ ਵਿਚਾਰੇ ਮਰ ਜਾਂਦੇ ਸੀਗੇ,
ਸੋ ਇਸ ਕਰਕੇ ਜੀ ਉੱਥੇ ਇਹ ਮੈਡੀਕਲ ਸੁਵਿਧਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ, ਜਿਹਦੇ ਵਿੱਚ ਜੀ ਖਾਸ ਕਰਕੇ ਅੱਜ ਕੱਲ੍ਹ ਜਿਹੜੀਆਂ ਪ੍ਰੋਬਲਮ ਚੱਲ ਰਹੀਆਂ ਨੇ, ਹਾਰਟ ਅਟੈਕ ਦੀ ਪ੍ਰੋਬਲਮ ਹੈ, ਇਹਦੇ ਤੇ ਬੰਦੇ ਕੋਲ ਟਾਈਮ ਨਹੀਂ ਹੈ ਜੀ। ਔਰ ਦੂਸਰਾ ਜਿਹੜਾ ਜੀ ਡਿਲੀਵਰੀਜ਼ ਨੇ, ਇਹਦੇ ਬੱਚੇ ਦੀ ਡਿਲੀਵਰੀ ਹੋਣੀ ਹੈ, ਉਹਦੇ ਕੋਲ ਮਾਂ ਕੋਲ ਟਾਈਮ ਨਹੀਂ ਹੈ ਇੰਨਾ ਕਿ ਦੂਰ ਜਾ ਕੇ ਉਹਦਾ ਕਰ ਸਕੇ। ਸੋ ਉਹਦੇ ਨਾਲ ਇਹ ਸਾਰਾ ਪ੍ਰਬੰਧ ਕੀਤਾ ਗਿਆ ਜੀ। ਕਰੀਬ 150 ਦਾ ਹਸਪੀਟਲ ਬੈੱਡ ਦਾ ਹਸਪੀਟਲ ਉੱਤੇ ਹੁਣ ਆਲਮੋਸਟ ਤਿਆਰ ਬਣਿਆ ਹੋਇਆ ਜੀ, ਚੱਲ ਰਿਹਾ ਹੈ। 20 ਤੋਂ 22 ਡਾਕਟਰ ਨੇ ਫੁੱਲ ਟਾਈਮ ਪਾਰਟ ਟਾਈਮ ਜੋ ਸੇਵਾ ਨਿਭਾ ਰਹੇ ਨੇ। ਸੋ ਅੱਖਾਂ ਦੀ ਟੋਟਲ 100% ਫ੍ਰੀ ਸੇਵਾ ਚੱਲ ਰਹੀ ਹੈ ਜੀ। ਉਹਦੇ ਵਿੱਚ ਬਾਕੀ ਸਾਰੀਆਂ ਸੇਵਾਵਾਂ ਵੀ ਬਹੁਤ ਮਿਨੀਮਮ ਚਾਰਜ ਲੈ ਕੇ ਜਿਹੜੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ। ਸੋ ਲਗਾਤਾਰ ਇਹ ਸੇਵਾ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸੋ ਬਾਕੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸੇਵਾ ਜਿਹੜੀਆਂ ਹੈਗੀਆਂ ਨਿਭਾਈਆਂ ਜਾਣ। ਤਾਂ ਇਸ ਦੇ ਨਾਲ ਆਪ ਜੀ ਨੇ ਕੋਈ ਐਜੂਕੇਸ਼ਨ ਅਦਾਰੇ ਵੀ ਮੈਡੀਕਲ ਦੇ ਖੋਲੇ ਨੇ? ਜੀ ਭਾਈ ਸਾਹਿਬ ਜੀ, 2016 ਦੇ ਵਿੱਚ ਅਸੀਂ ਪੈਰਾਮੈਡੀਕਲ ਕਾਲਜ ਖੋਲਿਆ ਸੀਗਾ ਜੀ, ਜਿਹਦੇ ਵਿੱਚ ਆਪਟੋਮੈਟਰੀ ਦਾ ਅੱਖਾਂ ਦੇ ਡਿਪਲੋਮੇ ਕਰਵਾ ਰਹੇ ਆ। ਤਾਂ ਨਾਲ ਉਹਦੇ ਟੈਕਨੀਸ਼ੀਅਨਸ ਤਿਆਰ ਕਰ ਰਹੇ ਜਿਹੜੇ ਕਿ ਸਰਜਰੀ ਦੇ ਸਮੇਂ ਡਾਕਟਰ ਸਰਜਨ ਦੇ ਨਾਲ ਹੈਲਪ ਕਰਦੇ ਨੇ। ਤਾਂ ਹੁਣ 2018 ਦੇ ਵਿੱਚ ਜੀ ਅਸੀਂ ਫਾਰਮੇਸੀ ਕਾਲਜ ਬਣਾਇਆ, ਤਾਂ ਨਾਲ ਨਰਸਿੰਗ ਕਾਲਜ, ਉਹ ਤੋਂ ਅਗਲੇ ਡਿਗਰੀਆਂ ਜੀ ਹੁਣ ਕਰਵਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਦਾ ਮੇਨ ਮਕਸਦ ਸਾਡਾ ਇਹੀ ਸੀਗਾ ਜੀ ਕਿ ਜਿਹੜੀ ਕਿ ਉਸ ਇਲਾਕੇ ਦੇ ਵਿੱਚ ਬੱਚੇ ਨੇ, ਜਿਹੜੇ ਬੱਚੀਆਂ ਤਾਂ ਬੱਚੇ, ਉਹ ਖਾਸ ਕਰਕੇ ਰੂਰਲ ਇਲਾਕਿਆਂ 'ਚ ਹੋਣ ਕਰਕੇ ਜੀ ਉਹਨਾਂ ਦੇ ਕੋਲ ਇੰਨੀ ਮਾਇਆ ਨਹੀਂ ਪੇਰੈਂਟਸ ਦੇ ਕੋਲ ਹੋ ਪਾਉਂਦੀ ਕਿ ਉਹਨਾਂ ਨੂੰ ਇਹ ਉੱਚੀ ਵਿੱਦਿਆ ਜਿਹੜੀ ਹੈਗੀ ਆ ਵੱਡੇ ਸ਼ਹਿਰਾਂ 'ਚ ਜਾ ਕੇ ਉਹਨਾਂ ਨੂੰ ਦਵਾ ਸਕਣ। ਸੋ ਇੱਥੇ ਬਹੁਤ ਥੋੜੀ ਜਿਹੀ ਫੀਸ ਲੱਗ ਕੇ ਜੀ ਅਸੀਂ ਉਹਨਾਂ ਨੂੰ ਇਹ ਵਿੱਦਿਆ ਜਿਹੜੀ ਹੈਗੀ ਆ ਪ੍ਰਾਪਤ ਕਰਵਾ ਰਹੇ ਜੀ ਉਹਨਾਂ ਨੂੰ। ਉਹਦਾ ਸਰਟੀਫਿਕੇਟ ਵਗੈਰਾ ਵੈਲਿਡ ਹੈ ਸਰਕਾਰੀ ਤੌਰ ਤੇ? ਹਾਂਜੀ, ਉਹ ਜੀ ਸਟੇਟ ਅਤੇ ਸੈਂਟਰ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਹੈ ਜੀ ਸਾਡੀ ਸੰਸਥਾ ਸਾਰੀ। ਤੇ ਇਹਦੇ ਵਿੱਚ ਹੁਣ ਅਸੀਂ ਬਲੱਡ ਬੈਂਕ ਹੁਣੇ ਪਿੱਛੇ ਜੇ 6 ਮਹੀਨੇ ਹੋ ਗਏ ਜੀ ਉਹ ਚਾਲੂ ਕੀਤੀ ਹੈ, ਕਿਉਂਕਿ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਸਰਕਾਰੀ ਸਿਰਫ ਬਲੱਡ ਬੈਂਕ ਸੀਗੀ ਔਰ ਸਾਨੂੰ ਬਲੱਡ ਦੀ ਬੜੀ ਉੱਥੇ ਲੋੜ ਪੈਂਦੀ ਸੀ। ਤਾਂ ਬੜੀਆਂ ਬੜੀ ਮੁਸ਼ੱਕਤ ਕਰਨੀ ਪਈ। ਸਾਨੂੰ 3 ਸਾਲ ਲੱਗੇ ਜੀ ਸੈਂਟਰ ਗਵਰਨਮੈਂਟ ਨਾਲ ਲੜਦੇ ਆ ਤਾਂ ਸਟੇਟ ਦੇ ਨਾਲ। ਸੋ ਫਾਈਨਲੀ ਸਾਨੂੰ ਪਿੱਛੇ 6 ਮਹੀਨੇ ਹੋ ਗਏ ਆ ਉਹਦੀ ਮਨਜ਼ੂਰੀ ਮਿਲੀ ਹੈ, ਤਾਂ ਕਿ ਅਸੀਂ ਉਹ ਬਲੱਡ ਜਿਹੜਾ ਹੈਗਾ ਆ ਸਰਜਰੀ ਦੇ ਸਮੇਂ ਜੇ ਮਾਂ ਨੂੰ ਜਿਹੜੇ ਕਿਸੇ ਨੂੰ ਵੀ ਲੋੜ ਪੈਂਦੀ ਹੈ ਤਾਂ ਉਹ ਪ੍ਰੋਵਾਈਡ ਕਰਾਇਆ ਜਾ ਸਕੇ। ਸੋ ਇਸ ਤਰੀਕੇ ਜੀ ਕੁੱਲ ਮਿਲਾ ਕੇ ਇਹ ਸੇਵਾਵਾਂ ਮੈਡੀਕਲ ਦੀਆਂ ਜੀ ਸਾਰੀਆਂ ਹੀ ਸੇਵਾਵਾਂ ਹੋਈਆਂ, ਕੋਸ਼ਿਸ਼ ਕੀਤੀ ਹੋਈ ਹੈ ਸ਼ੁਰੂ ਕਰਨ ਦੀ ਔਰ ਕੀਤੀਆਂ ਹੋਈਆਂ ਨੇ। ਜਿੰਨੀ ਅੱਗੇ ਲੋੜ ਪੈਂਦੀ ਹੈ ਉਸ ਤਰ੍ਹਾਂ ਸੇਵਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਜੀ। ਸਰ ਬਹਾਦਰ ਸਿੰਘ ਜੀ, ਹੁਣ ਮੇਰਾ ਵਿਸ਼ਾ ਥੋੜਾ ਜਿਹਾ ਤੁਹਾਡੇ ਉਸ ਵਨ ਬੀਟ ਤੋਂ ਹਟ ਕੇ ਥੋੜਾ ਜਿਹਾ ਮੈਂ ਅਗਲਾ ਵਿਸ਼ੇ ਤੇ ਗੱਲ ਕਰਨ ਜਾ ਰਿਹਾ, ਕਿਉਂਕਿ ਮੈਂ ਆਵਾਂਗਾ ਫਿਰ ਤੁਹਾਡੇ ਕੋਲ ਸੰਸਥਾਵਾਂ ਤੇ ਤੁਹਾਡੇ ਕੰਮ ਦੇ ਬਾਰੇ। 1913 ਦੇ ਵਿਚਕਾਰ ਗਦਰ ਮੂਵਮੈਂਟ ਜਿਹੜਾ ਹੈ ਉਹ ਆਰੰਭ ਹੁੰਦਾ ਹੈ ਔਰ ਇਸ ਦਾ ਇਤਿਹਾਸ ਅਮਰੀਕਾ ਦੀ ਧਰਤੀ ਤੇ ਲਿਖਿਆ ਜਾਂਦਾ ਹੈ। ਔਰ ਭਾਰਤ ਦੇ ਜਿਹੜਾ ਪੜਾਇਆ ਜਾ ਰਿਹਾ ਇਤਿਹਾਸ ਹੈ ਭਾਰਤ ਦੇ ਅੰਦਰ, ਉਸ ਇਤਿਹਾਸ ਦੇ ਵਿਚਕਾਰ ਗਦਰ ਮੂਵਮੈਂਟ ਜਿਹੜਾ ਹੈ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਭਾਰਤ ਦੇ ਵਿਚਕਾਰ ਤੇ ਟੋਟਲੀ ਇਸ ਚੀਜ਼ ਦਾ ਜਿਹੜਾ ਇਤਿਹਾਸ ਹੈ ਉਹ ਸਾਫ਼ ਹੋ ਗਿਆ, ਉਹਨੂੰ ਸਾਫ਼ ਕਰ ਦਿੱਤਾ ਗਿਆ ਹੈ, ਜਾਂ ਅਸੀਂ ਉਹਨੂੰ ਪੜ੍ਹਨ ਨੂੰ ਤਿਆਰ ਨਹੀਂ ਜਾਂ ਪੜ੍ਹਾਉਣ ਨੂੰ ਤਿਆਰ ਨਹੀਂ ਹੈਗੇ। ਲੇਕਿਨ ਤੁਸੀਂ ਕਿਸ ਤਰੀਕੇ ਦੇ ਨਾਲ ਗਦਰੀ ਬਾਬਿਆਂ ਦਾ ਇਤਿਹਾਸ, ਹਾਲਾਂਕਿ ਗਦਰ ਜਿਹੜਾ ਸ਼ਬਦ ਹੈਗਾ ਉਹ ਗਦਰ ਹੈ, ਵੇਲੇ ਦੀ ਹਕੂਮਤਾਂ ਦੇ ਖਿਲਾਫ ਕੋਈ ਜਦੋਂ ਆਵਾਜ਼ ਉੱਠਦੀ ਸੀ ਉਸ ਨੂੰ ਗਦਰ ਕਿਹਾ ਜਾਂਦਾ ਸੀ। ਲੇਕਿਨ ਸਾਡੇ ਜਿਹੜੇ ਬਾਬੇ ਸਨ ਉਹਨਾਂ ਨੇ ਵੇਲੇ ਦੀ ਹਕੂਮਤ ਦੇ ਖਿਲਾਫ ਆਵਾਜ਼ ਚੁੱਕੀ। ਗਦਰ ਤਾਂ ਉਹਨਾਂ ਦੀ ਨਜ਼ਰ 'ਚ ਹੋਏਗਾ, ਲੇਕਿਨ ਸਾਡੇ ਵਾਸਤੇ ਉਹ ਫਖਰ ਦਾ ਮੁਕਾਮ ਸੀ ਔਰ ਮੈਂ ਉਹਨਾਂ ਨੂੰ ਗਦਰੀ ਬਾਬੇ ਨਾ ਕਹਿ ਕੇ ਫਕਰੀ ਬਾਬੇ ਕਹਿਣਾ ਵਾਂ। ਤੇ ਇਹ ਮੇਰੀ ਵਿਅਕਤੀਗਤ ਸੋਚ ਹੈ, ਮੈਂ ਇਤਿਹਾਸ ਨੂੰ ਚੇਂਜ ਨਹੀਂ ਕਰ ਰਿਹਾ, ਲੇਕਿਨ ਮੈਂ ਗੱਲ ਕਹਿਣਾ ਕਿ ਜਿਹੜਾ ਗਦਰੀ ਬਾਬਿਆਂ ਦਾ ਇਤਿਹਾਸ ਯਾਨੀ ਕਿ ਫਕਰੀ ਬਾਬਿਆਂ ਦਾ ਇਤਿਹਾਸ ਹੈ ਉਹਦੇ ਤੇ ਥੋੜੀ ਰੌਸ਼ਨੀ ਪਾਓ ਤਾਂ ਕਿ ਸਾਡੇ ਦੁਨੀਆ ਭਰ ਦੇ ਦਰਸ਼ਕ ਇਸ ਗੱਲ ਨੂੰ ਸਮਝ ਸਕਣ, ਇਹਦੇ ਨੇੜੇ ਆ ਸਕਣ ਕਿ ਭਾਰਤ ਦੀ ਆਜ਼ਾਦੀ ਦੇ ਵਿਚਕਾਰ ਜਿੱਥੇ ਅਸੀਂ ਫਾਂਸੀਆਂ ਆਪਣੇ ਗਲਾਂ ਦੇ ਨਾਲ ਰੱਸੇ ਚੁੰਮੇ ਮੂੰਹ ਦੇ ਨਾਲ, ਉੱਥੇ ਜਿੱਥੇ ਅਸੀਂ ਕਾਲੇ ਪਾਣੀ ਦੀਆਂ ਸਜ਼ਾਵਾਂ ਲਈਆਂ, ਅਸੀਂ ਹੋਰ ਸਜ਼ਾਵਾਂ ਪੀੜਾਂ ਆਪਣੇ ਸਰੀਰ ਤੇ ਲਈਆਂ, ਅਸੀਂ ਅੰਦੋਲਨ ਕੀਤੇ, ਲਾਠੀਆਂ ਖਾਧੀਆਂ, ਗੋਲੀਆਂ ਖਾਧੀਆਂ, ਉੱਥੇ ਗਦਰੀ ਬਾਬਿਆਂ ਦਾ ਇਤਿਹਾਸ ਕਿੰਨਾ ਕੀਮਤੀ ਹੈ ਉਹਦੇ ਤੇ ਰੌਸ਼ਨੀ ਪਾਓਗੇ?
ਜੀ ਭਾਈ ਸਾਹਿਬ ਜੀ, ਆਪਣੇ ਜਿੱਥੇ ਦਾਸ ਰਹਿਣਾ ਜੀ ਮੈਂ, ਸੇਲਮ ਸਟੇਟ ਕੈਪੀਟਲ ਸਟੇਟ ਹੈਗੀ, ਸਟੇਟ ਦੀ ਕੈਪੀਟਲ ਸਿਟੀ ਹੈਗੀ ਆ ਸੇਲਮ, ਤੇ ਇੱਥੋਂ ਕਰੀਬ ਤੁਹਾਡੇ ਨਾਮ ਨਾਲ ਸੈਲਮ ਲਿਖਿਆ ਹੋਇਆ ਹੈ, ਤੇ ਮੈਂ ਸੋਚਦਾ ਸੀ ਕਿ ਵੀ ਕਿਉਂ ਲਿਖਿਆ ਹੋਇਆ ਹੈ, ਮੈਨੂੰ ਅੱਛਾ ਲੱਗਾ ਤੁਹਾਡੀ ਗੱਲ ਸੁਣ ਕੇ। ਹਾਂਜੀ, ਸਿਟੀ ਦਾ ਨਾਮ ਹੈ ਜੀ ਸੇਲਮ। ਸੋ ਇੱਥੋਂ ਜੀ 2 ਘੰਟੇ ਦੀ ਵਾਟ ਦੇ ਉੱਤੇ ਇੱਕ ਸ਼ਹਿਰ ਪੈਂਦਾ ਜੀ ਅਸਟੋਰੀਆ, ਜੋ ਕਿ ਵਾਸ਼ਿੰਗਟਨ ਅਤੇ ਔਰਗਨ ਦੇ ਬਾਰਡਰ ਤੇ ਹੈ। ਤਾਂ ਉਸ ਜਗ੍ਹਾ ਦੇ ਉੱਤੇ ਜੀ ਉਸ ਸਮੇਂ ਦੇ ਉੱਤੇ 1905 ਦੇ ਵਿੱਚ ਜਿਹੜੇ ਸਾਡੇ ਮਹਾਂਪੁਰਸ਼ ਇੱਥੇ ਆਏ ਸੀਗੇ ਮਿੱਲਾਂ 'ਚ ਕੰਮ ਕਰਨ ਵਾਸਤੇ। ਤਾਂ 1913 ਦੇ ਵਿੱਚ ਜਿਹੜਾ ਹੈਗਾ ਫਿਰ ਉਹਨਾਂ ਨੇ ਜਿਹੜਾ ਹੈਗਾ ਇਸ ਲਹਿਰ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਸ਼ੁਰੂ ਕੀਤਾ, ਤਾਂ ਕਿ ਉਹ ਵੀ ਗੋਰਿਆਂ ਦੇ ਤਾਨੇ ਸੁਣ ਕੇ ਵੀ ਤੁਹਾਡੀ ਹਿੰਦੁਸਤਾਨ ਤੁਹਾਡਾ ਗੁਲਾਮ ਹੈ, ਤੁਸੀਂ ਇੱਥੇ ਆ ਕੇ ਜਿਹੜੇ ਹੈਗੇ ਮਿੱਲਾਂ ਦੇ ਵਿੱਚ ਸਾਡੇ ਕੰਮ ਕਰ ਰਹੇ ਹੋ। ਸੋ ਉਹਨਾਂ ਨੂੰ ਜਿਹੜਾ ਕਿ ਉਹ ਤਰਕ ਜਿਹੜੀ ਸੀਗੀ ਉਹ ਚੰਗੀ ਨਾ ਲੱਗੀ, ਤਾਂ ਉਹ ਜਿੱਦਾਂ ਕਹਿੰਦੇ ਹੁੰਦੇ ਆ ਤਵੇ ਰੋਸ ਜਾਗਿਓ, ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ ਵਾਲੀ ਗੱਲ 10ਵੇਂ ਪਾਤਸ਼ਾਹ ਦੀ ਜੀ। ਹਾਂਜੀ, ਉਹ ਚੀਜ਼ ਜਿਹੜੀ ਸੀਗੀ ਉਹ ਫਿਰ ਉੱਥੇ ਜੀ ਉਤਰੀ ਜੀ ਫਿਰ ਆ ਕੇ। ਤਾਂ ਉਹਨਾਂ ਨੇ ਫਿਰ ਉਸ ਸਮੇਂ $10,000 ਇਕੱਠਾ ਕਰਕੇ ਇੱਕ ਮੀਟਿੰਗ ਕੀਤੀ ਕਰਕੇ, ਤੇ ਉਹਦੇ ਵਿੱਚ ਜਿਹੜੇ ਹੈਗੇ ਫਿਰ ਇੱਥੋਂ ਅਸਟੋਰੀਆ ਸ਼ਹਿਰ ਤੋਂ ਜੀ 1913 ਦੇ ਵਿੱਚ ਫਿਰ ਇਹ ਤੁਰੇ ਨੇ। ਤਾਂ ਹੋਰ ਵੀ ਸਾਰੇ ਬਹੁਤ ਸ਼ਹਿਰ ਨੇ ਜੀ ਇਸ ਇਲਾਕੇ ਦੇ ਵਿੱਚ, ਕਰੀਬ 250-300 ਸਾਡੇ ਕੋਲ ਨਾਂ ਹੈਗਾ ਉਹਨਾਂ ਦਾ, ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਇਹ ਗਦਰ ਲਹਿਰ ਦੇ ਵਿੱਚ ਹਿੱਸੇ ਲਏ ਸੀਗੇ ਇੱਥੋਂ ਜਾ ਕੇ ਜੀ। ਸੋ ਅਸੀਂ ਕੋਈ ਯਾਦਗਾਰ ਉੱਥੇ ਹੈ? ਯਾਦਗਾਰ ਜੀ ਉੱਥੇ ਜੀ 2013 ਦੇ ਵਿੱਚ ਲਗਾਈ ਗਈ ਜੀ। ਫਿਰ ਉਹ ਸਾਡੀ ਸਿਟੀ ਅਸਟੋਰੀਆ ਦੇ ਨਾਲ ਮਿਲ ਕੇ, ਹਾਂਜੀ, ਉੱਥੇ ਇੱਕ ਪਲੈਕ ਲਗਾਇਆ ਗਿਆ ਵੱਡਾ, ਉਹਨਾਂ ਦਾ ਨਾਮ ਲਿਖ ਗਦਰ ਪਾਰਟੀ ਦੇ ਨਾਂ ਦਾ। ਤਾਂ ਉਹਨੂੰ ਅਸੀਂ ਇੱਕ ਵੱਡੀ ਉੱਥੇ ਦੀਵਾਰ ਖੜੀ ਕਰਕੇ ਜੀ ਉਹਦੇ ਉੱਤੇ ਅਸੀਂ ਉਹ ਨਾਮ ਲਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਿਟੀ ਦੇ ਨਾਲ ਮਿਲ ਕੇ ਉਹਦੀ ਪਲੈਨਿੰਗ ਸਾਰੀ ਚੱਲ ਰਹੀ ਹੈ ਜੀ। ਤਾਂ ਸਾਡੇ ਕੋਲ ਕਰੀਬ 5 ਏਕੜ ਲੈਂਡ ਸਿਟੀ ਨੇ ਜਿਹੜੀ ਹੈਗੀ ਆ ਉਹ ਇਹ ਤੇ ਪਾਰਕ ਦੇ ਨਾਂ ਦੇ ਉੱਤੇ ਛੱਡੀ ਹੋਈ ਹੈ ਜੀ। ਤਾਂ ਉਹ 'ਚ ਇੱਕ ਮੇਰੀ ਫਲਾਵਰ ਕੋਈ ਮਸ਼ਵਾਰੇ ਹੁੰਦੇ ਸੀ, ਉਹਨਾਂ ਦਾ ਵੀ ਉੱਥੇ ਇੱਕ ਬਣਾਇਆ ਹੋਇਆ ਜੀ, ਇੱਕ ਸਮਾਰਕ ਬਣੀ ਹੋਈ ਆ। ਤਾਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਵੀ ਉੱਥੇ ਇਹਨਾਂ ਮਹਾਂਪੁਰਸ਼ਾਂ ਦੀ ਸਾਰੀ ਇੱਕ ਸਮਾਰਕ ਬਣੇ, ਜਿਹਦੇ ਉੱਤੇ ਉਹਨਾਂ ਦੇ ਨਾਂ ਲਿਖੇ ਜਾਣ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਸਾਡੀਆਂ ਉੱਥੋਂ ਸਿੱਖਿਆ ਲੈ ਸਕਣ ਜੀ। ਤਾਂ 2013 ਦੇ ਵਿੱਚ ਪਹਿਲਾ ਸਮਾਗਮ ਮਨਾਇਆ, ਫਿਰ ਉਸ ਤੋਂ ਬਾਅਦ ਅਸੀਂ ਜੀ ਹੁਣ 2018 ਦੇ ਵਿੱਚ ਦੁਬਾਰਾ ਉਹਦਾ ਵੱਡਾ ਸਮਾਗਮ ਮਨਾਇਆ ਗਿਆ ਸੀਗਾ। ਸੋ ਉਹਨੂੰ ਅਸੀਂ ਜੀ ਇੱਥੇ ਸਕੂਲਾਂ ਦੇ ਵਿੱਚ ਜਿਹੜਾ ਗਦਰੀ ਬਾਬਿਆਂ ਦਾ ਇਤਿਹਾਸ ਜਿਹੜਾ ਹੈਗਾ ਆ ਉਹਨੂੰ ਕਰਿਕੂਲਮ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਉੱਤੇ ਪੂਰਾ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ। ਸੋ ਜਲਦੀ ਹੀ ਆਸ ਹੈ ਕਿ ਸਾਡੀ ਗਵਰਨਮੈਂਟ ਜਿਹੜੀ ਇੱਥੇ ਦੀ ਹੈਗੀ ਆ ਉਹਨੂੰ ਸਕੂਲਾਂ ਵਿੱਚ ਲਾਗੂ ਕਰਵਾ ਦੇਗੀ। ਸੋ ਸਾਹਿਬ ਬਹਾਦਰ ਸਿੰਘ ਜੀ, ਅਸੀਂ ਅਰਦਾਸ ਕਰਾਂਗੇ ਚਰਨਾਂ ਤੇ, ਵਾਹਿਗੁਰੂ ਦੇ ਚਰਨਾਂ 'ਚ, ਕਿ ਤੁਹਾਨੂੰ ਇੰਨੀ ਹਿੰਮਤ, ਤੁਹਾਡੇ ਸਾਥੀਆਂ ਨੂੰ ਇੰਨੀ ਹਿੰਮਤ ਬਖਸ਼ੇ ਕਿ ਤੁਸੀਂ ਇਸ ਕੰਮ ਵਿੱਚ ਕਾਮਯਾਬ ਹੋਵੋ। ਇਤਿਹਾਸ ਕਿਤੇ ਵੀ ਲਿਖਿਆ ਜਾਵੇ, ਇੱਕ ਗੱਲ ਦੇਖ ਲਈਏ, ਉਹ ਇਤਿਹਾਸ ਹਮੇਸ਼ਾ ਜਿਉਂਦਾ ਰਹਿੰਦਾ ਹੈ। ਤੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਨਾ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਤੇ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ, ਅੱਜ ਸਾਡੇ ਨਾਲ ਸਾਹਿਬ ਬਹਾਦਰ ਸਿੰਘ ਜੀ ਸੈਲਮ, ਜਿਹੜੇ ਕਿ USA ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਇੱਕ ਸਮਾਜ ਸੇਵੀ ਵੀ ਨੇ, ਸਨਅਤਕਾਰ ਵੀ ਨੇ, ਲੇਕਿਨ ਇਹਨਾਂ ਨੇ ਆਪਣੇ ਆਪ ਨੂੰ ਭਾਰਤ ਦੀ ਧਰਤੀ ਦੇ ਨਾਲ ਅੱਜ ਵੀ ਆਪਣੇ ਲੋਕਾਂ ਦੀ ਨਾਲ ਜੋੜਿਆ ਹੋਇਆ ਹੈ ਔਰ ਉਸ ਜੋੜਨ ਦੇ ਨਾਲ ਉਹ ਸੇਵਾ ਵੀ ਕਰ ਰਹੇ, ਬਨਬੀਟ ਸੰਸਥਾ ਚਲਾ ਰਹੇ ਨੇ। ਉਹਨੇ ਉਹ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਸਨ ਕਿ ਬਹੁਤ ਜਲਦੀ ਹੋ ਸਕਦਾ ਹੈ, ਜਲਦੀ ਤੋਂ ਜਲਦੀ ਕੋਸ਼ਿਸ਼ ਕਰ ਰਹੇ ਨੇ ਕਿ ਸਕੂਲਾਂ ਦੇ ਅੰਦਰ ਬੱਚਿਆਂ ਨੂੰ ਜਿਹੜਾ ਹੈ ਇਹ ਗਦਰੀ ਬਾਬਿਆਂ ਦਾ ਇਤਿਹਾਸ ਜੋ ਹੈ ਉਹਨੂੰ ਪੜ੍ਹਾਇਆ ਜਾ ਸਕੇ, ਔਰ ਤਾਂ ਹੀ ਅਸੀਂ ਫਖਰ ਨਾਲ ਕਹਿ ਸਕਾਂਗੇ ਕਿ ਉਹ ਸਾਡੇ ਗਦਰੀ ਬਾਬਿਆਂ ਦਾ ਇਤਿਹਾਸ ਹੁਣ ਅਮਰੀਕਾ ਦੀ ਧਰਤੀ ਤੇ ਵੀ ਪੜ੍ਹਾਇਆ ਜਾ ਰਿਹਾ, ਜਿਹਨੂੰ ਭਾਰਤ ਦੀ ਧਰਤੀ ਤੇ ਭੁਲਾ ਦਿੱਤਾ ਗਿਆ ਹੈ। ਸੋ ਅਗਰ ਤੁਹਾਡੇ ਕੋਲ ਵੀ ਜ਼ਿੰਦਗੀ ਦਾ ਕੋਈ ਤਜਰਬਾ ਹੈ ਔਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਸਕਰੀਨ ਤੇ ਆ ਰਹੇ ਨੰਬਰਾਂ ਦੇ ਉੱਤੇ ਆਪ ਕਿਰਪਾ ਕਰਕੇ ਈਮੇਲ ਐਡਰੈਸ ਆ ਰਿਹਾ ਹੈ, ਉਸ ਈਮੇਲ ਐਡਰੈਸ ਦੇ ਉੱਤੇ ਸਾਨੂੰ ਆਪਣਾ ਟੈਲੀਫੋਨ ਨੰਬਰ ਔਰ ਆਪਣਾ ਨਾਮ ਭੇਜੋ ਤਾਂ ਕਿ ਅਸੀਂ ਆਪ ਜੀ ਨੂੰ ਸੱਦਾ ਦੇ ਸਕੀਏ। ਔਰ ਉਸ ਦੇ ਨਾਲ ਨਾਲ ਮੈਂ ਬੇਨਤੀ ਕਰਨ ਜਾ ਰਿਹਾ ਕਿ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ, ਉੱਤੇ WhatsApp ਕਾਲ ਦਿਓ, ਮਿਸ ਕਾਲ ਦਿਓ, ਮੈਸੇਜ ਦਿਓ, ਅਸੀਂ ਆਪ ਜੀ ਨੂੰ ਸੱਦਾ ਦੇਵਾਂਗੇ। ਸੋ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਸਰਦਾਰ ਬਹਾਦਰ ਸਿੰਘ ਜੀ ਨਾਲ, ਜਿਹੜੇ ਕਿ ਸਾਨੂੰ ਉਹਨੇ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ ਬੜਾ ਸੰਖੇਪ ਵਿੱਚ ਚਾਨਣ ਪਾਇਆ, ਲੇਕਿਨ ਫਿਰ ਕਿਸ ਦਿਨ ਗਦਰੀ ਬਾਬਿਆਂ ਦਾ ਪੂਰਾ ਇੰਟਰਵਿਊ ਕਰਾਂਗੇ, ਉਸ ਦਿਨ ਤੁਹਾਡੇ ਕੋਲ ਪੂਰੀ ਹਿੱਸੀ ਲਵਾਂਗੇ, ਸਰਦਾਰ ਕਰਤਾਰ ਸਿੰਘ ਸਰਾਭਾ ਦੀ ਲਵਾਂਗੇ, ਸਾਰਿਆਂ ਦੀ ਲਵਾਂਗੇ ਜਿਹੜੇ ਬਜ਼ੁਰਗਾਂ ਨੇ ਉਹਦੇ ਅੰਦਰ ਹਿੱਸਾ ਪਾਇਆ ਸੀ ਔਰ ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਕਿਵੇਂ ਉਹਨਾਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਉਹ ਜੰਜੀਰਾਂ ਗੁਲਾਮੀ ਦੀਆਂ ਕਟਾਈਆਂ
ਤੇ ਲੇਕਿਨ ਇਤਿਹਾਸ ਦੇ ਵਰਕਿਆਂ ਦੇ ਉੱਤੇ ਅੱਜ ਕੇਵਲ ਅਸੀਂ ਤੇ ਤੁਸੀਂ ਯਾਦ ਕਰਦੇ ਪਏ ਹਾਂ। ਲੇਕਿਨ ਜਦੋਂ ਇਤਿਹਾਸ ਕੰਧਾਂ ਤੇ ਲਿਖਿਆ ਜਾਏਗਾ, ਮੈਨੂੰ ਯਾਦ ਹੈ ਕਿ ਅੱਜ ਦਿੱਲੀ ਦੇ ਵਿਚਕਾਰ 1984 ਦੇ ਕਤਲੇਆਮ ਦੀ ਕੰਧ ਬਣਾਈ ਗਈ ਹੈ ਜਿਹਨੂੰ ਵਾਲ ਆਫ ਟਰੁਥ ਕਹਿੰਦੇ ਆ। ਉਸ ਵਾਲ ਆਫ ਟਰੁਥ ਤੇ ਅੱਜ ਵੀ ਦਿੱਲੀ ਦੇ ਵਿਚਕਾਰ ਜਿਹੜੇ ਲੋਕ 1984 ਦੇ ਵਿਚਕਾਰ ਕਤਲ ਕਰ ਦਿੱਤੇ ਗਏ ਸਨ, ਕਤਲੇਆਮ 'ਚ ਮਾਰੇ ਗਏ ਸਨ, ਉਹਨਾਂ ਦੇ ਨਾਮ ਅੱਜ ਵੀ ਕੰਧ ਤੇ ਲਿਖੇ ਹੋਏ ਨੇ। ਸੋ ਸਰ ਬਹਾਦਰ ਸਿੰਘ ਜੀ, ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਕਰਾਂਗੇ। ਪਿਛਲੇ ਦਿਨੀ ਜਦੋਂ ਕਿ ਕਰੋਨਾ ਦੀ ਮਹਾਮਾਰੀ ਫੈਲੀ ਹੈ ਔਰ ਵਿਦੇਸ਼ਾਂ ਦੇ ਵਿਚਕਾਰ ਬਹੁਤ ਸਾਰੇ ਸਾਡੇ ਰਾਗੀ, ਪ੍ਰਚਾਰਕ, ਕਥਾਵਾਚਕ ਤੇ ਕੀਰਤਨੀਏ ਤੇ ਹੋਰ ਸਾਰੇ ਜਿਹੜੇ ਜਿਹਨੂੰ ਅਸੀਂ ਗੁਰੂ ਕੇ ਵਜ਼ੀਰ ਕਹਿੰਦੇ ਆ, ਉਹ ਸਾਰੇ ਉੱਥੇ ਫਸ ਗਏ। ਉਹਦੇ 'ਚ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਮਦਦ ਕੀਤੀ, ਕਿਵੇਂ ਉਹਨਾਂ ਦਾ ਸਾਰਾ ਕੀਤਾ, ਉਹ ਕਿਰਪਾ ਕਰਕੇ ਦਰਸ਼ਕਾਂ ਨੂੰ ਸਾਂਝਾ ਕਰੋ ਤਾਂ ਕਿ ਅੱਜ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜੀ ਸ਼੍ਰੇਣੀ ਹੈ ਜਿਹਨੂੰ ਅਸੀਂ ਗੁਰੂ ਕਾ ਵਜ਼ੀਰ ਕਹਿੰਦੇ ਆ, ਕਦੀ ਇਹਨਾਂ ਬਾਰੇ ਅਸੀਂ ਸੋਚਿਆ ਵੀ ਹੈ? ਇਹ ਪ੍ਰਸ਼ਨ ਚਿੰਨ੍ਹ ਬੜਾ ਵੱਡਾ ਕੌਮ ਦੇ ਸਾਹਮਣੇ, ਇਹ ਸੋਚਣ ਦੀ ਵੀ ਲੋੜ ਹੈ। ਸੋ ਸਰ ਬਹਾਦਰ ਸਿੰਘ ਜੀ, ਤੁਸੀਂ ਜੋ ਕੀਤਾ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਦਾਸ ਦੇ ਪਰਿਵਾਰ ਨੇ ਜੀ ਇੱਕ ਫੁਰਨਾ ਫੁਰਿਆ ਕਿ ਕਿਉਂ ਨਾ ਕਿ ਜਦੋਂ ਇੰਨੀ ਮਹਾਮਾਰੀ ਦੇ ਅੰਦਰ ਚੱਲਦਿਆਂ ਹੋਇਆਂ ਸਾਰੇ ਸੰਸਾਰ ਦੇ ਵਿੱਚ ਇਹ ਪ੍ਰੋਬਲਮ ਚੱਲ ਰਹੀ ਹੈ ਕਿ ਲੋਕਾਂ ਦੇ ਕਾਰੋਬਾਰ ਵੀ ਰੁਕ ਗਏ ਔਰ ਜੌਬਾਂ ਵੀ ਖਤਮ ਹੋ ਗਈਆਂ ਔਰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਿਆ ਜੀ, ਕਿਉਂਕਿ ਸਰਕਾਰ ਨੇ ਇਸ ਤਰ੍ਹਾਂ ਦੇ ਆਰਡਰ ਕਰ ਦਿੱਤੇ ਕਿ ਕੋਈ ਵੀ ਬੰਦਾ ਕਿਸੇ ਵੀ ਜਗ੍ਹਾ ਤੇ ਇਕੱਠਾ ਨਹੀਂ ਹੋ ਸਕਦਾ। ਸੋ ਉਹਦੇ ਵਿੱਚ ਜੀ ਸਾਡੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਕਿ ਇੰਡੀਆ ਤੋਂ ਜਾਂ ਹੋਰਾਂ ਕੰਟਰੀਆਂ ਤੋਂ ਇੱਥੇ ਆਏ ਹੋਏ ਸਨ, ਜਿਹਦੇ ਕਿ ਸਿਰਫ ਉਹ ਪ੍ਰੋਗਰਾਮਾਂ ਵਾਸਤੇ ਹੀ ਆਏ ਸਨ ਜੀ। ਉਹਨਾਂ ਦਾ ਇੱਕ ਸਾਧਨ ਹੀ ਇਹੀ ਸੀਗਾ ਵੀ ਉੱਥੋਂ ਸੰਗਤ ਆਏਗੀ ਤਾਂ ਉੱਥੋਂ ਮਾਇਆ ਜੋ ਵੀ ਹੈ ਕਿ ਬਣਦੀ ਸਰਦੀ ਮਿਲੇਗੀ। ਸੋ ਉਹਨਾਂ ਅਸੀਂ ਪਰਿਵਾਰ ਨੇ ਸੋਚਿਆ ਕਿ ਕਿਉਂ ਨਾ ਇੱਕ ਇਹਨਾਂ ਦਾ ਜਿਹੜਾ ਹੈਗਾ ਆ ਕੁਛ ਨਾ ਕੁਛ ਹੌਸਲਾ ਅਫਜ਼ਾਈ ਕੀਤੀ ਜਾਵੇ। ਸੋ ਦਾਸ ਦੇ ਪਰਿਵਾਰ ਜੀ $500 ਦੇ ਕਰਕੇ ਜਿਹੜਾ ਹੈਗਾ ਕਰੀਬ 150 ਤੋਂ ਵੱਧ ਸਿੰਘਾਂ ਦੀ ਸੇਵਾ ਜਿਹੜੀ ਹੈਗੀ ਆ ਅਮਰੀਕਾ ਦੇ ਵਿੱਚ ਕੀਤੀ। ਸੋ ਉਹਦੇ ਨਾਲ ਥੋੜਾ ਜਿਹਾ ਉਹਨਾਂ ਨੂੰ ਹੁੰਗਾਰਾ ਮਿਲਿਆ ਤਾਂ ਕਿ ਸਾਡਾ ਇੰਨਾ ਹੀ ਸੀਗਾ ਜੀ ਕਿ ਇਹ ਟੁੱਟ ਨਾ ਜਾਣ, ਕਿ ਸਾਨੂੰ ਗੁਰਦੁਆਰਿਆਂ ਦੀ ਪ੍ਰਬੰਧਕਾਂ ਦੇ ਵਿੱਚ ਜਿੰਨਾ ਵੀ ਕਰ ਸਕਦੇ ਨੇ ਜੀ ਉਹ ਵੀ ਕਰ ਰਹੇ ਨੇ, ਪਰ ਹੋਰ ਵੀ ਸਾਨੂੰ ਬੜੀ ਲੋੜ ਆ ਇਹਨਾਂ ਨੂੰ ਸੰਭਾਲਣ ਦੀ, ਕਿਉਂਕਿ ਸਾਡੀਆਂ ਪੰਥ ਦੀਆਂ ਸਟੇਜਾਂ ਮਹਾਰਾਜ ਦੀਆਂ ਤਾਂ ਹੀ ਸਜਣਗੀਆਂ ਜੀ ਜੇ ਪ੍ਰਚਾਰਕ, ਢਾਡੀ, ਰਾਗੀ ਜਿਹੜੇ ਜਥੇ ਨੇ ਜਿਹੜੇ ਸਾਡੇ ਇਸੇ ਤਰ੍ਹਾਂ ਦੇ ਉਹ ਜੁੜੇ ਰਹਿਣ। ਤਾਂ ਉਹ ਇਸ ਕਰਕੇ ਜੀ ਇਹ ਸਾਡਾ ਇੰਨਾ ਹੀ ਸੀ ਉਪਰਾਲਾ ਕਿ ਤਾਂ ਕਿ ਉਹਨਾਂ ਨੂੰ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਜੁੜੇ ਰਹਿਣ, ਟੁੱਟ ਨਾ ਜਾਣ ਜੀ। ਸੋ ਇਹ ਸੇਵਾ ਬਹਾਦਰ ਸਿੰਘ ਜੀ ਮੈਂ ਸਿੰਘਾਂ ਨੂੰ ਨਿਭਾਈ ਗਈ। 150 ਰਾਗੀ ਸਾਹਿਬਾਨ, ਕਥਾਵਾਚਕ, ਪ੍ਰਚਾਰਕ ਜਿਹੜੇ ਉੱਥੇ ਫਸ ਗਏ ਸੀ, ਉਹਨਾਂ ਨੂੰ ਤੁਸੀਂ ਜੋ ਵੀ ਵਾਹਿਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਤੁਸੀਂ ਉਹਨਾਂ ਦੀ ਮਦਦ ਕੀਤੀ। ਮੇਰਾ ਖਿਆਲ ਹੈ ਕਿ ਉਹ ਮਦਦ ਉਹਨਾਂ ਵਾਸਤੇ ਮੈਂ ਕਹਿੰਦਾ ਕਿ ਕਹਿੰਦੇ ਨੇ ਇੱਕ ਮੁਹਾਵਰਾ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਉਹ ਬੰਦਾ ਉਸ ਵੇਲੇ ਟੁੱਟਦਾ ਨਹੀਂ ਜੇ ਉਹਨੂੰ ਮਾੜੀ ਮੋਟੀ ਮਦਦ ਮਿਲ ਜਾਵੇ। ਤੁਸੀਂ ਉਹਨਾਂ ਦੀ ਮਦਦ ਕੀਤੀ ਹੈ ਤੇ ਮੈਂ ਸਮਝਦਾ ਕਿ ਬੜੀ ਵੱਡੀ ਗੱਲ ਹੈ। ਹੁਣ ਮੈਂ ਪੁੱਛਣਾ ਚਾਹੁੰਦਾ ਕਿ ਮੈਨੂੰ ਜਿਸ ਤਰ੍ਹਾਂ ਕਿ ਮੈਂ ਪ੍ਰੋਫਾਈਲ ਦੇਖਿਆ, ਤੁਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਹੁਣ ਵੀ ਭਾਰਤ ਦੇ ਅੰਦਰ ਜਦੋਂ ਕਿ ਕਰੋਨਾ ਦੀ ਮਹਾਮਾਰੀ ਚੱਲਦੀ ਪਈ ਹੈ ਔਰ ਉਦੋਂ ਜਿਹੜੇ ਲੋਕਾਂ ਦੇ ਸਾਡੇ ਵਿਸ਼ੇਸ਼ ਕਰਕੇ ਸਾਡੇ ਰਾਗੀ ਸਾਹਿਬਾਨ, ਪ੍ਰਚਾਰਕ, ਗ੍ਰੰਥੀ ਵਗੈਰਾ ਜਿਹੜੇ ਭਾਰਤ ਵਿੱਚ ਹੈਗੇ ਨੇ, ਉਹਨਾਂ ਦੇ ਘਰਾਂ ਤੱਕ ਮਾਇਆ ਪਹੁੰਚਾਉਂਦੇ ਪਏ ਹੋ ਔਰ ਉਹਨਾਂ ਨੂੰ ਰਾਸ਼ਨ ਤੱਕ ਪਹੁੰਚਾਉਂਦੇ ਪਏ ਹੋ ਜਾਂ ਹੋਰ ਚੀਜ਼ਾਂ ਜਿਹੜੀਆਂ ਤੁਸੀਂ ਕਰ ਸਕਦੇ ਸੋ ਕਰਦੇ ਪਏ ਹੋ, ਇਹਦੇ ਬਾਰੇ ਕੋਈ ਜਾਣਕਾਰੀ ਦਿਓਗੇ? ਹਾਂਜੀ ਜੀ, ਇਹ ਲੰਮਾ ਸਮਾਂ ਜੀ ਇਸ ਤਰ੍ਹਾਂ ਦੇਖੋ ਜੀ ਚੱਲ ਰਿਹਾ ਹੈਗਾ ਤਾਂ ਇਹ ਸਮੱਸਿਆ ਹਰ ਜਗ੍ਹਾ ਹੀ ਆ ਰਹੀ ਹੈ। ਸੋ ਫਿਰ ਪਰਿਵਾਰ ਨੇ ਸੋਚਿਆ ਕਿ ਕਿਉਂ ਨਾ ਕਾਫੀ ਫੋਨ ਜੀ ਇੰਡੀਆ ਤੋਂ ਆ ਰਹੇ ਸੀਗੇ ਸਿੰਘਾਂ ਦੇ ਵੀ ਸਾਨੂੰ ਮਦਦ ਕੀਤੀ ਜਾਵੇ, ਕਿਸੇ ਨੂੰ ਮਾਇਆ ਦੀ ਲੋੜ ਹੈ ਕਿਉਂਕਿ ਕਿਸੇ ਦੀ ਕੋਈ ਦਵਾਈ ਦੀ ਪ੍ਰੋਬਲਮ ਹੈ, ਕਿਸੇ ਦੀ ਕਿਰਾਏ ਦੀ ਪ੍ਰੋਬਲਮ ਹੈ, ਕਿਸੇ ਦੇ ਲੰਗਰਾਂ ਦੀ ਪ੍ਰੋਬਲਮ ਹੈ। ਬੜੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਰੋਜ਼ ਸਾਨੂੰ ਜਿਹੜੀਆਂ ਹੈਗੀ ਫੋਨ ਦੇ ਉੱਤੇ ਇਹ ਸਾਂਝੀਆਂ ਕਰਦੇ ਨੇ ਸਾਰੇ ਆਪੋ ਆਪਣੀ ਜਿਹੜੀ ਹੈਗੀ। ਫਿਰ ਇਹੀ ਸੋਚਿਆ ਜੀ ਕਿਉਂ ਨਾ ਕਿ ਜਿੰਨਾ ਵੀ ਕਰ ਸਕਦੇ ਹਾਂ ਜੀ ਤਿਲ ਫੁੱਲ ਜੋ ਹੈਗਾ ਇਹਨਾਂ ਨੂੰ ਦੇ ਕਰਕੇ ਇਹਨਾਂ ਦਾ ਹੌਸਲਾ ਜਿਹੜਾ ਹੈਗਾ ਨਾ ਟੁੱਟਣ ਦੇਈਏ। ਸੋ ਪੰਜਾਬ ਦੇ ਖੇਤਰ ਦੇ ਵਿੱਚ ਭਾਈ ਜਸਵੀਰ ਸਿੰਘ ਜੀ ਹੁਣੀ ਹੈਗੇ ਨੇ ਖਡੂਰ ਸਾਹਿਬ, ਉਹਨਾਂ ਦੀ ਡਿਊਟੀ ਲਗਾਈ ਗਈ, ਉਹ ਨਿਭਾ ਰਹੇ ਨੇ ਸੇਵਾ ਉਧਰੋਂ। ਤਾਂ ਇੱਧਰ ਭੁਪਿੰਦਰ ਸਿੰਘ ਜੀ ਹੁਣੀ ਦਿੱਲੀ ਤੋਂ ਇਹ ਸੇਵਾ ਨਿਭਾ ਰਹੇ ਨੇ ਜੀ, ਸਾਰੇ ਦਿੱਲੀ ਇਲਾਕੇ ਦੀ ਇਹਨਾਂ ਨੂੰ ਸੌਂਪੀ ਗਈ ਆ। ਤਾਂ ਯੂਪੀ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਉਹਨਾਂ ਦੀ ਡਿਊਟੀ ਲਗਾਈ ਗਈ ਜੀ। ਫਿਰ ਉਹ ਸੇਵਾ ਜੀ ਇਸ ਤਰ੍ਹਾਂ ਤਿਲ ਫੁੱਲ ਜਿਹੜਾ ਹੈਗਾ ਆ ਉਹਨਾਂ ਨੂੰ ਦਿੱਤਾ ਜਾ ਰਿਹਾ ਕਿ ਤਾਂ ਕਿ ਚਾਹੇ ਉਹ ਦਵਾਈ ਦੀ ਪ੍ਰੋਬਲਮ ਹੈ, ਕਿਸੇ ਦਵਾਈ ਦਵਾਈ ਜਾਵੇ, ਰਾਸ਼ਨ ਦੀ ਪ੍ਰੋਬਲਮ ਹੈ, ਦਵਾਈ ਰਾਸ਼ਨ ਦਿੱਤਾ ਜਾਵੇ।
ਹੋਰ ਕੋਈ ਜਿੱਦਾਂ ਵੀ ਹੈਗਾ ਆ ਉਹ ਮਾਇਆ ਦੀ ਉਹਨਾਂ ਨੂੰ ਜਿੰਨੀ ਵੀ ਬਣ ਸਕਦੀ ਤਿਰਫੁਲ ਜੀ ਉਹਨਾਂ ਨੂੰ ਭੇਟਾ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰ ਰਹੇ ਆ ਜੀ ਦੇਣ ਦੀ। ਹੋਰ ਜ਼ਿਆਦਾਤਰ ਜੀ ਜਿੰਨਾ ਵੀ ਕਰ ਸਕਦੇ ਜੀ ਕੋਸ਼ਿਸ਼ ਕੀਤੀ ਜਾ ਰਹੀ ਵੀ ਉਹਨਾਂ ਨੂੰ ਹੌਸਲਾ ਜਿਹੜਾ ਹੈਗਾ ਉਹਨਾਂ ਦਾ ਟੁੱਟੇ ਨਾ, ਉਹ ਜੁੜੇ ਰਹਿਣ ਮਹਾਰਾਜ ਦੀਆਂ ਸਟੇਜਾਂ ਇਸੇ ਤਰ੍ਹਾਂ ਦੀਆਂ ਸਜਦੀਆਂ ਰਹਿਣ। ਸੋ ਇਹੀ ਕੋਸ਼ਿਸ਼ ਚੱਲ ਰਹੀ ਹੈ। ਸਰ ਬਹਾਦਰ ਸਿੰਘ ਜੀ ਦੱਸੋਗੇ ਕਿ ਜੇ ਕੋਈ ਸਾਡੇ ਰਾਗੀ ਸਹਿਬਾਨ ਪ੍ਰਚਾਰਕ ਜਾਂ ਕਥਾਵਾਚਕ ਇਹ ਪ੍ਰੋਗਰਾਮ ਦੇਖ ਰਹੇ ਹੋਣ ਉਹ ਕਿਹਨੂੰ ਸੰਪਰਕ ਕਰਨ ਕਿ ਵੀ ਜਿਹਦੇ ਨਾਲ ਤੁਹਾਨੂੰ ਸੰਪਰਕ ਕਰਨ ਜਾਂ ਕਿਹਨੂੰ ਸੰਪਰਕ ਕਰਨ ਜਿਹਦੇ ਨਾਲ ਕਿ ਉਹਨਾਂ ਨੂੰ ਉੱਥੇ ਜ਼ਰੂਰੀ ਨਹੀਂ ਕਿ ਉਹ ਦਿੱਲੀ ਹੋਏਗਾ, ਉਹ ਪੰਜਾਬ ਹੋਏਗਾ, ਉਹ ਹਿੰਦੁਸਤਾਨ ਦਾ ਕੋਈ ਇਲਾਕਾ ਹੋ ਸਕਦਾ ਹੈ, ਉਹ ਕੋਈ ਮਤਲਬ ਅਮਰੀਕਾ ਵੀ, ਕੈਨੇਡਾ ਵੀ, ਕਿਸੇ ਜਗ੍ਹਾ ਹੋਰ ਵੀ ਹੋ ਸਕਦਾ ਹੈ। ਤੇ ਅਗਰ ਕਿਸੇ ਨੇ ਕਰਨਾ ਤੇ ਕਿਰਪਾ ਕਰਕੇ ਤੁਸੀਂ ਕੋਈ ਰਸਤਾ ਸਾਨੂੰ ਦੱਸੋ ਕਿ ਕੀ ਉਹ ਸਿੱਧਾ ਆਪ ਜੀ ਨੂੰ ਸੰਪਰਕ ਕਰਨ। ਨਹੀਂ ਜੀ ਭਾਈ, ਜਿਹੜਾ ਦਿੱਲੀ ਸਟੇਟ ਦਾ ਜਿਹੜਾ ਹੈਗਾ ਜੀ ਸਰ ਭੁਪਿੰਦਰ ਸਿੰਘ ਉਹਨਾਂ ਦੀ ਡਿਊਟੀ ਲਗਾਈ ਗਈ ਹੈ, ਉਹਦੇ ਵਿੱਚ ਉਹਨਾਂ ਦੇ ਨੰਬਰ ਭੁਪਿੰਦਰ ਸਿੰਘ ਦਾ ਨੰਬਰ ਪਾਇਆ ਜੀ ਫਲਾਇਰ ਦੇ ਉੱਤੇ। ਅਗਰ ਪੰਜਾਬ ਵਿੱਚ ਦੇ ਇਲਾਕੇ ਵਿੱਚੋਂ ਕੋਈ ਸਿੰਘ ਜਿਹੜਾ ਹੈਗਾ ਆ ਲੋੜਵੰਦ ਹੈ ਤਾਂ ਭਾਈ ਜਸਵੀਰ ਸਿੰਘ ਜੀ ਹੋਣਾ ਦਾ ਉਹਦੇ ਤੇ ਨੰਬਰ ਪਾਇਆ ਗਿਆ ਹੈ, ਉਹਨਾਂ ਨੂੰ ਸੰਪਰਕ ਕਰ ਸਕਦੇ ਨੇ ਉਹ। ਔਰ ਯੂਪੀ ਦੇ ਵਿੱਚ ਇਸੇ ਤਰ੍ਹਾਂ ਦੱਸਿਆ ਮੈਂ ਸਰਦਾਰ ਸੁਖਵੀਰ ਸਿੰਘ ਜੀ ਹੈ ਨੇ, ਯੂਪੀ ਇਲਾਕਾ ਸਾਰਾ ਉਹ ਸੰਭਾਲ ਲਏ ਨੇ। ਤਾਂ ਹੋਰ ਨਾਲ ਸਿੰਘ ਨੇ ਸਾਰੇ ਉਹਨਾਂ ਦੇ ਨਾਲ ਜੋੜੇ ਲੱਗੇ ਹੋਏ ਨੇ। ਤਾਂ ਇਹ ਮੇਨ ਨੰਬਰ ਉਹਨਾਂ ਦੇ ਪਾਏ ਗਏ ਨੇ ਤਾਂ ਕਿ ਉਹਨਾਂ ਨੂੰ ਸੰਪਰਕ ਕਰਕੇ ਉਹ ਆਪਣੀ ਸੇਵਾ ਜਿਹੜੀ ਹੈਗੀ ਆ ਬਣਦੀ ਸੇਵਾ ਉੱਥੋਂ ਲੈ ਸਕਦੇ ਨੇ ਜੀ। ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਵਿੱਚ ਸਾਹਿਬ ਭੁਪਿੰਦਰ ਸਿੰਘ ਹੋ ਰਹੀ ਔਰ ਇਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ਵਾਸਤੇ ਵੱਖ-ਵੱਖ ਸਿੰਘਾਂ ਨੂੰ ਇਹਨਾਂ ਨੇ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਨੇ ਔਰ ਉਹ ਜ਼ਿੰਮੇਵਾਰੀਆਂ ਨਿਭਾ ਵੀ ਰਹੇ ਨੇ ਔਰ ਘਰ-ਘਰ ਜਿਹੜੇ ਹੈ ਉਹ ਸਹਾਇਤਾ ਜਿੱਥੇ ਲੋੜ ਹੈਗੀ ਹੈ, ਇਹ ਗੱਲ ਯਾਦ ਰੱਖਣਾ, ਜਿੱਥੇ ਲੋੜ ਹੈਗੀ ਹੈ ਉੱਥੇ ਸਹਾਇਤਾ ਪਹੁੰਚਾ ਵੀ ਰਹੇ ਨੇ। ਔਰ ਇਹ ਬਿਲਕੁਲ ਪਾਰਦਰਸ਼ੀ ਕੰਮ ਔਰ ਪਾਰਦਰਸ਼ੀ ਹੁੰਦਿਆਂ ਹੋਇਆਂ ਇਹ ਬਿਲਕੁਲ ਦੇਖਦੇ ਨੇ ਕਿ ਲੋੜ ਅਨੁਸਾਰ ਜਿਹੜੀ ਹੈ ਸਹਾਇਤਾ ਕੀਤੀ ਜਾਵੇ, ਕਿਤੇ ਇਹ ਨਾ ਹੋਵੇ ਕਿ ਅਸੀਂ ਸਹਾਇਤਾ ਕਰੀਏ ਉਹ ਮਿਸਯੂਜ਼ ਹੁੰਦੀ ਪਈ ਹੋਵੇ। ਬਹੁਤ ਅੱਛੀ ਗੱਲ ਹੈ। ਮੈਂ ਹੁਣ ਇੱਥੇ ਸਾਹਿਬ ਬਹਾਦਰ ਸਿੰਘ ਜੀ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ। ਅੱਜ ਤੁਹਾਡੇ ਵਕਨ ਕਈ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਕੋਸ਼ਿਸ਼ ਕਰ ਰਹੀਆਂ ਨੇ, ਰਾਗੀ ਸਹਿਬਾਨ, ਪ੍ਰਚਾਰਕ, ਗ੍ਰੰਥੀ, ਪਾਠੀ, ਜਿਨ੍ਹਾਂ ਨੂੰ ਅਸੀਂ ਕਹਿਣ ਨੂੰ ਤੇ ਕਹਿ ਦਿੰਦੇ ਕਿ ਸਾਡੇ ਗੁਰੂ ਕੇ ਵਜ਼ੀਰ ਨੇ, ਲੇਕਿਨ ਜਦੋਂ ਔਖਾ ਵੇਲਾ ਆਇਆ ਉਦੋਂ ਕੋਈ ਬਾਂਹ ਫੜਨ ਵਾਲਾ ਨਹੀਂ ਹੁੰਦਾ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਕਰੋਨਾ ਅੱਜ, ਮੈਂ ਤਾਂ ਇਹ ਗੱਲ ਕਹਿ ਰਿਹਾ ਕਰੋਨਾ ਅੱਜ ਆਇਆ ਕੱਲ ਕਰੋਨਾ ਚਲਾ ਜਾਣਾ। ਚਲੋ ਚੰਗੇ ਦਿਨ ਆਉਣਗੇ, ਵਾਹਿਗੁਰੂ ਕਿਰਪਾ ਕਰੇਗਾ, ਕਰੋਨਾ ਨਿਕਲ ਜਾਏਗਾ। ਲੇਕਿਨ ਸਾਡੀ ਜਿਹੜੀ ਧਾਰਮਿਕ ਸ਼੍ਰੇਣੀ ਹੈ, ਇਸ ਧਾਰਮਿਕ ਸ਼੍ਰੇਣੀ ਨੂੰ ਜਦੋਂ ਤੱਕ ਇਹ ਕਾਰਜ ਖੇਤਰ ਵਿੱਚ ਰਹਿੰਦੇ ਨੇ ਇਹਨਾਂ ਨੂੰ ਤਨਖਾਹ ਵੀ ਮਿਲ ਜਾਂਦੀ ਹੈ ਮਾੜੀ ਮੋਟੀ, ਚਲੋ ਜਿੰਨੀ ਵੀ ਮਿਲਦੀ ਹੈ ਔਰ ਕੰਮ ਕਾਜ, ਲੇਕਿਨ ਇਹਨਾਂ ਦੀ ਮੈਡੀਕਲ ਫੈਸਿਲਿਟੀ, ਇਹਨਾਂ ਦੀਆਂ ਜਿਹੜੀਆਂ ਰਿਟਾਇਰਮੈਂਟ, ਹੁਣ ਰਾਗੀ ਸਾਹਿਬਾਨ ਨੇ ਇੱਕ ਵਾਰੀ ਜੇ ਕਿਤੇ ਗਲਾ ਖਰਾਬ ਹੋ ਜਾਵੇ ਉਸ ਤੋਂ ਬਾਅਦ ਗਾਇਕ ਨਹੀਂ ਰਹਿੰਦੇ, ਲੇਕਿਨ ਜ਼ਿੰਦਗੀ ਲੰਘ ਜਾਂਦੀ ਹੈ, ਹੋਰ ਕੋਈ ਕੰਮ ਕਰ ਨਹੀਂ ਸਕਦੇ ਜਾ ਕੇ। ਕਿਆ ਕੋਈ ਐਸੀਆਂ ਸੰਸਥਾਵਾਂ ਰਲ ਕੇ ਕੋਈ ਟਰਸਟ ਕ੍ਰੀਏਟ ਕਰ ਸਕਦੀਆਂ ਨੇ ਕਿ ਜਿਹੜੇ ਟਰਸਟ ਦੇ ਵਿਚਕਾਰ ਉਸ ਰਾਗੀ ਸਾਹਿਬਾਨ, ਉਹ ਪ੍ਰਚਾਰਕ, ਉਹ ਪਾਠੀ, ਉਹ ਗ੍ਰੰਥੀ ਸਾਹਿਬਾਨ ਜਿਹੜੇ ਨੇ ਰਿਟਾਇਰ ਹੋ ਜਾਣ ਤੇ ਉਹਨਾਂ ਨੂੰ ਕਿਸੇ ਤਰੀਕੇ ਦੀ ਮਾਇਕ ਸਹਾਇਤਾ ਹਰ ਮਹੀਨੇ ਮਿਲ ਸਕੇ, ਕਿਉਂਕਿ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਕੋਲ ਤੇ ਸ਼ਾਇਦ ਇਹ ਪ੍ਰੋਵੀਜ਼ਨ ਨਹੀਂ ਹੈਗਾ ਕੋਈ ਵੀ, ਲੇਕਿਨ ਕੋਈ ਨਾ ਕੋਈ ਸੰਸਥਾ ਅੱਗੇ ਵੱਧ ਕੇ ਆਣ ਤੇ ਮੈਂ ਸਮਝਦਾ ਕਿ ਇਹ ਟਰਸਟ ਜਿਹੜਾ ਹੈਗਾ ਸਾਡੀ ਉਸ ਪਨੀਰੀ ਜਿਹਨੂੰ ਅਸੀਂ ਸਿਰ ਗੁਰੂ ਕੇ ਵਜ਼ੀਰ ਕਹਿੰਦੇ ਆ, ਉਹਨਾਂ ਨੂੰ ਅਸੀਂ ਸਾਖਸ਼ਾਤ ਰੂਪ ਵਿੱਚ ਪ੍ਰੈਕਟੀਕਲ ਸ਼ੇਪ ਵਿੱਚ ਮਦਦ ਕਰ ਪਾਵਾਂਗੇ। ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ? ਭਾਈ ਸਾਹਿਬ ਜੀ, ਮੈਂ ਆਪ ਜੀ ਨੇ ਇੱਕ ਬਹੁਤ ਜ਼ਰੂਰੀ ਗੱਲ ਸਾਂਝੀ ਕਰਨੀ, ਜੋ ਕਿ ਮੈਨੂੰ ਪਿਛਲੇ ਕਰੀਬ 15 ਸਾਲਾਂ ਤੋਂ ਜ਼ਿਆਦਾ ਮੇਰਾ ਜਿਹੜਾ ਵਾਸਤਾ ਜਿਹੜਾ ਹੈਗਾ ਆ ਇਹਨਾਂ ਜਥਿਆਂ ਦੇ ਨਾਲ ਪੈਂਦੇ ਨੂੰ ਹੋਇਆ, ਕਿਉਂਕਿ ਦਾਸ ਇੱਥੇ ਸੇਲਮ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਿਹਾ ਸੀਗਾ ਉਹਦੇ ਹੁੰਦਿਆਂ ਤਾਂ ਕਿ ਮੈਨੂੰ ਇਹ ਪਤਾ ਲੱਗਿਆ ਕਿ ਸਾਡੇ ਕੋਲੇ ਜਿੰਨੇ ਵੀ ਸਾਡੇ ਪ੍ਰਚਾਰਕ ਨੇ, ਸਾਡੇ ਪੰਥ ਨੇ ਇਹਨਾਂ ਦੀ ਬਿਲਕੁਲ ਸਾਰ ਨਹੀਂ ਲਈ ਜੀ। ਹੋ ਸਕਦਾ ਬਹੁਤ ਥੋੜੇ ਸਥਾਨ ਹੋਣ ਜਿੱਥੇ ਇਹਨਾਂ ਨੂੰ ਜ਼ਿਆਦਾ ਵੱਧ ਚੜ ਕੇ ਇਹਨਾਂ ਦਾ ਹੈਲਪ ਕੀਤੀ ਜਾਂਦੀ ਹੋਵੇ, ਕਿਉਂਕਿ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਉਹ ਗੱਲ ਇਹ ਕਰਦੇ ਨੇ ਕਿ ਭਾਈ ਸਾਹਿਬ ਜੀ ਸਾਡਾ ਬਣਦਾ ਸਤਿਕਾਰ ਸਾਨੂੰ ਬਿਲਕੁਲ ਨਹੀਂ ਮਿਲਿਆ, ਸਾਨੂੰ ਸਾਡੇ ਜਿਹੜੇ ਬੱਚੇ, ਸਾਡੇ ਆਉਣ ਵਾਲੀ ਜਨਰੇਸ਼ਨ ਸੀ, ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਸਾਡੇ ਉਹ ਬੱਚੇ ਜਿਹੜੇ ਹੈਗੇ ਆ ਅੱਗੇ ਇਸ ਪਾਸੇ ਨੂੰ ਤੁਰਨ, ਕਿਉਂਕਿ ਸਾਨੂੰ ਜਿਹੜੀਆਂ ਕਮੇਟੀਆਂ ਦੀਆਂ ਲਾਂਤਾਂ ਮਿਲਦੀਆਂ ਨੇ ਔਰ ਸਾਨੂੰ ਮਾਇਆ ਪੱਖੀ ਜਿਹੜੀ ਹੈਗੀ, ਸਾਨੂੰ ਮਾਇਆ ਨਹੀਂ ਉਹਦੀ ਬਣਦੀ, ਸਾਨੂੰ ਮਾਇਆ ਨਹੀਂ ਮਿਲਦੀ। ਸੋ ਹਾਲਾਂਕਿ ਕੰਮ ਜੀ ਜਿਹੜੇ ਮਾਇਆ ਦੇ ਕੰਮ ਨੇ ਉਹ ਮਾਇਆ ਨਾਲ ਹੀ ਚੱਲਣੇ ਨੇ। ਸੋ ਜਿੱਥੇ ਉਹਨਾਂ ਦੀ ਲੋੜ ਹੈਗੀ ਹੈ, ਕਿਉਂਕਿ ਸਾਰੀਆਂ ਆਪਾਂ ਐਜੂਕੇਸ਼ਨ ਆਪਾਂ ਲੈਨੇ ਆ, ਉਹਦੇ ਐਜੂਕੇਸ਼ਨ ਦਾ ਮੇਨ ਲੈਣ ਦਾ ਮਤਲਬ ਸਾਡਾ ਇਹੀ ਸਾਡੀ ਰੋਜੀ ਰੋਟੀ ਕਿੱਦਾਂ ਚੱਲਣੀ ਹੈ ਜੀ।
ਸੋ ਇਹ ਵੀ ਇੱਕ ਜੀ। ਵੱਡੀ ਐਜੂਕੇਸ਼ਨ ਵਿਚਾਰੇ ਲੈ ਕੇ ਆਉਂਦੇ ਨੇ। ਰਾਗੀ ਢਾਡੀ ਸਾਡੇ ਕਵੀਸੀ ਜਥੇ ਨੇ, ਪਾਠੀ ਨੇ, ਕਿੰਨੀ ਵੱਡੀ ਐਜੂਕੇਸ਼ਨ ਹੈ ਜੀ, ਲੈ ਕੇ ਉਦੋਂ ਬਾਅਦ ਚ ਫਿਰ ਵੀ ਸਾਨੂੰ ਇਹਨਾਂ ਨੂੰ ਇਹ ਵਿਚਾਰੇ ਧੱਕੇ ਖਾਂਦੇ ਫਿਰਦੇ ਨੇ, ਕਦੀ ਕਿਤੇ ਕਦੀ ਕਿਤੇ। ਸੋ ਇਹਨਾਂ ਦੇ ਕੋਈ ਬਾਰਸਾਰ ਕੋਈ ਲੈ ਨਹੀਂ ਰਿਹਾ ਜੀ। ਸੋ ਸਾਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਜੀ। ਜੇ ਅਸੀਂ ਗੁਰਦੁਆਰੇ ਦਾ ਕਰੋੜਾਂ ਰੁਪਇਆ ਲਾ ਕੇ ਗੁਰਦੁਆਰੇ ਅਸੀਂ ਬਣਾ ਰਹੇ ਹਾਂ, ਸਾਨੂੰ ਇਹ ਬਹੁਤ ਵੱਡੀ ਲੋੜ ਹੈ ਜੀ। ਇਹਨਾਂ ਜੇ ਇਹ ਨਹੀਂ ਹੈਗੇ ਤਾਂ ਫਿਰ ਗੁਰਦੁਆਰੇ ਵੀ ਅਸੀਂ ਕੀ ਕਰਨੇ ਜੀ ਫਿਰ। ਤਾਂ ਗੁਰਦੁਆਰਿਆਂ ਵਿੱਚ ਤਾਂ ਇਹਨਾਂ ਨੇ ਪ੍ਰੋਗਰਾਮ ਸਜਾਉਣੇ ਨਹੀਂ ਤਾਂ ਸੰਗਤਾਂ ਸੁਣਨਗੀਆਂ ਆ ਕੇ। ਜੇ ਸਾਡੇ ਟੀਚਰ ਹੀ ਹੈ ਨਹੀਂ ਸਾਡੇ, ਹੁਣ ਮੈਂ ਐਗਜ਼ਾਮਪਲ ਦਿੰਦਾ ਜੀ, ਮੈਂ ਕਾਲਜ ਬਣਾ ਰਿਹਾ ਜੀ, ਅਸੀਂ ਮੈਡੀਕਲ ਕਾਲਜ ਬਣ ਰਿਹਾ ਸਾਡਾ, ਸਾਡੇ ਕੋਲ ਉੱਥੇ ਪ੍ਰੋਫੈਸਰ ਹੀ ਨਹੀਂ ਹੈ, ਲੈਕਚਰਰ ਹੀ ਨਹੀਂ ਹੈ, ਤਾਂ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਫਿਰ ਉੱਥੇ ਕਾਲਜ ਬਿਲਡਿੰਗਾਂ ਬਣਾ ਕੇ ਕਰੋੜਾਂ ਰੁਪਏ ਦੀਆਂ ਕੀ ਕਰਾਂਗੇ ਉਹਨਾਂ ਨੂੰ। ਤਾਂ ਨਾ ਉੱਥੇ ਫਿਰ ਪ੍ਰੋਫੈਸਰ ਹੈ ਨਹੀਂ ਤਾਂ ਟੀਚਰ ਹੈ ਨਹੀਂ ਗੇ, ਸਟੂਡੈਂਟ ਹੈ ਨਹੀਂ ਗੇ। ਤਾਂ ਸਟੂਡੈਂਟ ਆਉਂਦਾ ਆ ਤਾਂ ਉੱਥੇ ਮੇਰੇ ਪ੍ਰੋਫੈਸਰ ਹੈ ਨਹੀਂ ਗਾ ਉਹਨੂੰ ਦੱਸਣ ਵਾਲਾ। ਸੋ ਸਾਡੀ ਅੱਜ ਕੱਲ੍ਹ ਹਾਲਾਤ ਸਾਡੇ ਗੁਰਦੁਆਰਿਆਂ ਵਿੱਚ ਤਾਂ ਸਾਡੇ ਇਹੀ ਹੋ ਰਹੇ ਨੇ ਜੀ। ਸੋ ਜੀ ਬਹੁਤ ਘੱਟ ਗਿਣਤੀ 'ਚ ਨੇ ਸਥਾਨ ਨੇ ਜਿਹੜੇ ਸਾਡੇ ਇਤਿਹਾਸਿਕ ਸਥਾਨ ਨੇ ਜਿੱਥੇ ਇਹ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਕਮੇਟੀਆਂ ਵੱਲੋਂ, ਪਰ ਬਹੁਤ ਗਿਣਤੀ ਜਿਹੜੀ ਹੈਗੀ ਹੈ ਸਾਡੀ ਇਹੀ ਹੈ ਜੀ। ਉੱਥੇ ਸਾਡਾ ਕੋਈ ਪ੍ਰਚਾਰਕ ਜਿਹੜਾ ਹੈਗਾ ਉਹਨੂੰ ਹਾਲ ਚਾਲ ਉਹਦਾ ਪੁੱਛਿਆ ਨਹੀਂ ਜਾਂਦਾ, ਉਹਨੂੰ ਬਹੁਤ ਹੋਰ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਜੀ। ਸੋ ਮੇਰੇ ਕੋਲ ਇੰਨੇ ਜ਼ਿਆਦਾ ਫੋਨ ਆਉਂਦੇ ਨੇ ਜੀ, ਉਹ ਆਪਣੀਆਂ ਸਮੱਸਿਆਵਾਂ ਜਦ ਦੱਸਦੇ ਨੇ ਤਾਂ ਫਿਰ ਉਹ ਮਹਿਸੂਸ ਹੁੰਦਾ ਹੈ ਵੀ ਇਹ ਤਾਂ ਬਹੁਤ ਪਿੱਛੇ ਰਹਿ ਗਈ ਹੈ ਸਾਡੀ ਸ਼੍ਰੇਣੀ ਜਿਹੜੀ ਸੀ। ਇਹ ਸਾਨੂੰ ਪੰਥ ਨੂੰ ਇਹਨਾਂ ਨੂੰ ਸੰਭਾਲਣਾ ਚਾਹੀਦਾ ਸੀ, ਅਸੀਂ ਪਤਾ ਨਹੀਂ ਕਿਉਂ ਨਹੀਂ ਸੰਭਾਲ ਪਾ ਰਹੇ। ਸੋ ਮੇਰੀ ਬੇਨਤੀ ਇਹੀ ਹੈ, ਜਿੱਥੇ ਜਿੱਥੇ ਵੀ ਕੋਈ ਸਾਡਾ ਧਾਰਮਿਕ ਸੰਸਥਾਵਾਂ ਜਿਹੜੀਆਂ ਸਾਡੀਆਂ ਸੁਣ ਰਹੀਆਂ ਹਨ, ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਇਹਨਾਂ ਨੂੰ ਸੰਭਾਲੋ ਜਿਸ ਤਰ੍ਹਾਂ ਵੀ ਸੰਭਾਲਿਆ ਜਾ ਸਕਦਾ। ਇਹਨਾਂ ਦਾ ਪਰਿਵਾਰ ਇਹਨਾਂ ਦੇ ਜਿੱਦਾਂ ਵੀ ਹੈਗੇ ਆ ਰੁਲ ਨਾ ਜਾਣ, ਤਾਂ ਕਿ ਇਹਨਾਂ ਦੇ ਆਉਣ ਵਾਲੀ ਜਨਰੇਸ਼ਨ ਕਿਸ ਤਰੀਕੇ ਨਾਲ ਇਹ ਸਾਡੇ ਗੁਰਦੁਆਰਿਆਂ ਦੇ ਨਾਲ ਜੁੜੀ ਰਹੇ, ਆਪਣਾ ਸਟੱਡੀ ਕਰਦੀ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ, ਤਾਂ ਕਿ ਇਹ ਸਾਡੇ ਤੱਕ ਪਹੁੰਚਦੀ ਰਹੇ। ਸੋ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਸੰਭਾਲਿਆ ਜਾਵੇ, ਔਰ ਇਹ ਤੇ ਇੱਕ ਸੰਸਥਾ ਇਸ ਤਰ੍ਹਾਂ ਦੀ ਬਣਾਈ ਜਾ ਸਕਦੀ ਹੈ ਭਾਈ ਸਾਹਿਬ ਜੀ, ਸਾਰੇ ਰਲ ਮਿਲ ਕੇ ਸਿੱਖਾਂ ਦੇ ਬੜੇ ਚੜ੍ਹਦੀ ਕਲਾ ਦੇ ਵਿੱਚ ਸਿੱਖ ਨੇ ਸਾਰੇ, ਕੋਈ ਇਸ ਤਰ੍ਹਾਂ ਦੀ ਸੰਸਥਾ ਬਣਾਈ ਜਾਵੇ ਤਾਂ ਕਿ ਜਿਹੜੇ ਇਹਨਾਂ ਦੇ ਕੋਈ ਰਿਟਾਇਰਮੈਂਟ ਦੇ ਪ੍ਰਬੰਧ ਵੀ ਕੀਤੇ ਜਾਣ, ਤਾਂ ਕਿ ਇਹਨਾਂ ਦੇ ਕੋਈ ਆਵਾਜ਼ ਜਿਸ ਤਰ੍ਹਾਂ ਆਪ ਜੀ ਨੇ ਗੱਲ ਕੀਤੀ ਕਿ ਕਿਸੇ ਨੂੰ ਇਹਦਾ ਮਾੜਾ ਗਲਾ ਖਰਾਬ ਹੋ ਜਾਂਦਾ, ਉਸ ਤੋਂ ਬਾਅਦ ਉਹਨੂੰ ਕੋਈ ਪੁੱਛਦਾ ਨਹੀਂ ਵੀ ਇਹਦੀ ਤਾਂ ਹੁਣ ਆਵਾਜ਼ ਠੀਕ ਨਹੀਂ ਹੈ ਰਾਗੀ ਦੀ, ਤਾਂ ਇਹਨੂੰ ਹੁਣ ਛੱਡੋ ਪਰੇ ਕੋਈ ਹੋਰ ਦੇਖ ਲਈਏ ਆਪਾਂ। ਤੋ ਉਹਨੇ ਸਾਰੀ ਉਮਰ ਉਸ ਦੇ ਵਿੱਚ ਲਗਾਈ ਹੋਈ ਹੁੰਦੀ ਹੈ, ਉਹਦੀ ਕੋਈ ਰਿਟਾਇਰਮੈਂਟ ਕੋਈ ਫੰਡਸ ਨਹੀਂ ਕੋਈ ਕੁਛ ਨਹੀਂ ਹੈ, ਨਾਲ ਦੀ ਨਾਲ ਵੀ ਗੁਜ਼ਾਰਾ ਚੱਲਣਾ ਮੁਸ਼ਕਿਲ ਹੈ ਜੀ, ਉਹਦਾ ਜੋੜਨੇ ਤੇ ਕੀ ਵਿਚਾਰੇ ਨੇ ਉਹਨੇ। ਸੋ ਮੇਰੀ ਤਾਂ ਇਹੀ ਹੈ ਜੀ, ਆਪਾਂ ਕੋਈ ਨਾ ਕੁਛ ਇਸ ਤਰ੍ਹਾਂ ਦਾ ਪਲਾਨ ਰਲ ਮਿਲ ਕੇ ਸਾਰੇ ਕਰੀਏ। ਸੋ ਦਾਸ ਵੀ ਬਿਲਕੁਲ ਹਾਜ਼ਰ ਹੋਵੇਗਾ ਉਹਦੇ ਵਿੱਚ ਹਿੱਸਾ ਪਾਉਣ ਲਈ। ਸੋ ਜਿੰਨੀ ਵੀ ਉਹ ਵੀ ਦੱਸੋ ਜੀ। ਸਰ ਬਹਾਦਰ ਸਿੰਘ ਜੀ, ਮੈਨੂੰ ਬਹੁਤ ਅੱਛਾ ਲੱਗਾ, ਮੈਨੂੰ ਗੱਲ ਯਾਦ ਆ ਰਹੀ ਹੈ ਦਲੇਰ ਮਹਿੰਦੀ ਦੀ। ਦਲੇਰ ਮਹਿੰਦੀ ਹੋਰਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਿਤਾ ਜੀ ਰਾਗੀ ਸਨ ਔਰ ਤਖਤ ਪਟਨਾ ਸਾਹਿਬ ਦੇ ਅੰਦਰ ਉਹ ਕੀਰਤਨ ਕਰਿਆ ਕਰਦੇ ਸਨ। ਔਰ ਉਹ ਕਹਿੰਦੇ ਨੇ ਇੱਕ ਜਗ੍ਹਾ ਤੇ ਮੈਂ ਕੀਰਤਨ ਕਰਨ ਗਿਆ ਤੇ ਉੱਥੇ ਮੈਨੂੰ ਵੀ ਤਬਲੇ ਤੇ ਜੋੜੀ ਦੇ ਉੱਤੇ ਨਾਲ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਔਰ ਜਦੋਂ ਮੈਂ ਜੋੜੀ ਦੇ ਉੱਤੇ ਸੇਵਾ ਕੀਤੀ ਤੇ ਜਦੋਂ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੀ ਮੁੰਡੇ ਦਾ ਕਿ ਕੁੜੀ ਦਾ ਵਿਆਹ ਸੀ, ਉੱਥੇ ਆਨੰਦ ਕਾਰਜ ਤੇ ਸਾਨੂੰ ਸੱਦ ਲਿਆ, ਸਵੇਰ ਦਾ ਬਿਠਾਇਆ ਭੁੱਖੇ ਪਾਣੀ, ਦੁਪਹਿਰ ਦੇ 2 ਵਜ ਗਏ, ਨਾ ਪਾਣੀ ਪੁੱਛਿਆ ਕਿ ਨਾ ਕੁਝ ਕੀਤਾ। ਲੇਕਿਨ ਜਦੋਂ ਆਨੰਦ ਕਾਰਜ ਹੋ ਗਿਆ ਤੇ ਉਹਨਾਂ ਨੇ ਜਿਹੜੀ ਮਾਇਆ ਸੀ 500 ਰੁਪਏ ਤੋਂ ਰੱਖ ਦਿੱਤੀ ਉਹਨਾਂ ਦੇ ਅੱਗੇ, ਤੇ ਕਹਿੰਦੇ ਉਸ ਤੋਂ ਬਾਅਦ ਸ਼ਾਮ ਨੂੰ ਮੁੰਡੇ ਦੀ ਪਾਰਟੀ ਸੀ, ਉਹਨਾਂ ਦੇ ਪ੍ਰਧਾਨ ਸਾਹਿਬ ਦੀ ਪਾਰਟੀ ਸੀ। ਉਸ ਪਾਰਟੀ ਦੇ ਵਿਚਕਾਰ ਜਦੋਂ ਦਲੇਰ ਮਹਿੰਦੀ ਨੂੰ ਕਹਿ ਗਾਣਾ ਗਾ ਦੇ, ਉਹਨੇ ਉੱਥੇ ਗੀਤ ਗਾਇਆ ਤੇ ਉਹੀ ਪ੍ਰਧਾਨ ਸਾਹਿਬ 500 ਦੇ ਨੋਟ ਉਹਦੇ ਉੱਤੇ ਵਾਰ ਰਹੇ ਸਨ। ਤੇ ਉਹ ਕਹਿੰਦਾ ਕਿ ਮੈਨੂੰ ਲੱਗਾ ਕਿ ਬਈ ਰਾਗੀ ਹੋਣਾ ਕਿ ਮੈਂ ਗਾਇਕ ਹੋਣਾ, ਮੇਰੇ ਵਾਸਤੇ ਚੁਣਨਾ ਪਏਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅੱਜ ਰਾਗੀ ਸਾਹਿਬਾਨ ਨੇ ਸੋਚਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਨਹੀਂ ਪਾਉਣਾ, ਰਾਗ ਵਿਦਿਆ 'ਚ ਨਹੀਂ ਪਾਉਣਾ, ਤੇ ਜੇ ਮੁੱਢ ਹੀ ਮੁੱਕਣਾ ਸ਼ੁਰੂ ਹੋ ਗਿਆ ਤੇ ਕਿਵੇਂ ਗੱਡੀ ਚੱਲੇਗੀ। ਸੋ ਸਾਹਿਬ ਬਹਾਦਰ ਸਿੰਘ ਜੀ, ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਅੱਛਾ ਲੱਗਾ ਸਾਨੂੰ, ਔਰ ਤੁਸੀਂ ਸਾਨੂੰ ਬੜੀਆਂ ਗੱਲਾਂ ਦੇ ਰੌਸ਼ਨੀ ਪਾਈ ਹੈ, ਔਰ ਸਾਨੂੰ ਆਸ ਹੈ ਤੁਹਾਡਾ ਪਰਿਵਾਰ, ਤੁਹਾਡੇ ਸਾਥੀ ਤੁਹਾਨੂੰ ਏਦਾਂ ਹੀ ਸਹਿਯੋਗ ਦਿੰਦੇ ਰਹਿਣ, ਔਰ ਤੁਸੀਂ ਕੌਮ ਦੇ ਵਜ਼ੀਰਾਂ ਦੀ ਏਦਾਂ ਹੀ ਸੇਵਾ ਕਰਦੇ ਰਹੋ। ਔਰ ਜਿਹਦੇ ਨਾਲ ਨਾਲ ਜਿਹੜਾ ਆਪਣੇ ਹਲਕੇ ਦੇ ਵਿਚਕਾਰ, ਤੁਸੀਂ ਆਪਣੇ ਜ਼ਿਲ੍ਹੇ ਦੇ ਵਿਚਕਾਰ ਜਿਹੜੀ ਮਨੁੱਖਤਾ ਦੀ ਸੇਵਾ ਕਰਦੇ ਪਏ ਹੋ, ਇਹ ਵੀ ਬੜੀ ਵੱਡੀ ਸੇਵਾ ਹੈ। ਸਰ ਬਹਾਦਰ ਸਿੰਘ ਜੀ, ਤੁਹਾਨੂੰ ਵਾਹਿਗੁਰੂ ਹਿੰਮਤ ਦੇਵੇ, ਬਲ ਦੇਵੇ। ਤਾਂ ਮੈਂ ਹਰਜੋਤ ਸ਼ਾਹ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਜੀ ਦਾ ਧੰਨਵਾਦ ਕਰਨਗੇ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਨਗੇ, ਸਿੱਖੀ ਚੈਨਲ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਨਗੇ, ਔਰ ਖਾਸ ਕਰਕੇ ਸਾਡੇ ਅੱਜ ਪਿਆਰੇ ਮਹਿਮਾਨ, ਸਾਡੇ ਬੜੇ ਸੂਝਵਾਨ ਤੇ ਨਿੱਘੇ ਮਹਿਮਾਨ ਜਿਨ੍ਹਾਂ ਨੂੰ ਅਸੀਂ ਅੱਜ ਗੱਲਬਾਤ ਕੀਤੀ ਹੈ, ਔਰ ਇਹਨਾਂ ਨੇ ਸਾਡਾ ਗੱਲਾਂ ਬਾਤਾਂ ਬੜੀਆਂ ਦਿਲ ਨਾਲ ਕੀਤੀਆਂ ਨੇ, ਕਰੀਏ ਦਿਲ ਦੀਆਂ ਗੱਲਾਂ ਦਿਲ ਨਾਲ ਕੀਤੀਆਂ ਨੇ। ਔਰ ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਸਰ ਜਗਜੀਤ ਸਿੰਘ ਜੀ ਦਰਦੀ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਸਰਦਾਰ ਹਰਜੋਤ ਸ਼ਾਹ ਸਿੰਘ ਜੀ ਸਿੱਖੀ ਚੈਨਲ ਨੇ ਇਹ ਕਰੀਏ ਦਿਲ ਦੀਆਂ ਗੱਲਾਂ ਦਾ ਪਲੇਟਫਾਰਮ ਜਿਹੜਾ ਹੈ ਸਰਦਾਰ ਬਹਾਦਰ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ ਬੁਲਾ ਕੇ
ਇਹਨਾਂ ਨੂੰ ਸੰਗਤਾਂ ਦੇ ਰੂਬਰੂ ਕਰਾਈਏ, ਦਰਸ਼ਨਾਂ ਦੇ ਰੂਬਰੂ ਕਰਾਈਏ ਔਰ ਇਹ ਹਮੇਸ਼ਾ ਸਪਿਰਿਟ ਜਿਉਂਦੀ ਰਵੇ। ਗੁਰੂ ਕਿਰਪਾ ਕਰੇ, ਇਹ ਸੇਵਾ ਕਰਦੇ ਰਹਿਣ। ਸਰਦਾਰ ਹਰਜੋਤ ਸ਼ਾਹ ਸਿੰਘ। ਮੈਂ ਦੋ ਗੱਲਾਂ ਜਿਹੜੀਆਂ ਹੋਰ ਐਡ ਕਰਨਾ ਚਾਹਾਂਗਾ ਬਹਾਦਰ ਸਿੰਘ ਜੀ ਬਾਰੇ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਲਖੀਮਪੁਰ ਜਾਣ ਦਾ ਮੌਕਾ ਮਿਲਿਆ। ਉੱਥੇ ਜਦੋਂ ਮੈਂ ਇਹਨਾਂ ਵਨ ਬੀਟ ਹਸਪੀਟਲ ਗਿਆ ਤੇ ਉੱਥੇ ਦੋ ਤਿੰਨ ਚੀਜ਼ਾਂ ਦੇਖ ਕੇ ਅੱਜ ਵੀ ਯਾਦ ਰਹਿੰਦੀਆਂ ਨੇ ਕਿ ਯਾਰ ਸੇਵਾ ਤੇ ਨਾਲ ਠੀਕ ਹੈ, ਪਰ ਜਿਹੜਾ ਤੁਸੀਂ ਉੱਪਰ ਖਿਤਾਬ ਦਿੱਤਾ ਹੈ ਕਿ ਉੱਤਮ ਸੇਵਾ, ਉਹ ਬੜਾ ਢੁਕਵਾਂ ਦਿੱਤਾ ਹੈ। ਕਿਉਂਕਿ ਜਦੋਂ ਉੱਥੇ ਅਸੀਂ ਦੇਖਿਆ ਕਿ ਇੱਕ ਆਪਰੇਸ਼ਨ ਕਰਨ ਵਾਸਤੇ ਅਗਰ ਪੇਸ਼ੈਂਟ ਆਇਆ ਹੈ ਤੇ ਪੇਸ਼ੈਂਟ ਦੇ ਨਾਲ ਅਗਰ 100 ਕਿਲੋਮੀਟਰ ਦੂਰ ਤੋਂ ਉਹਦਾ ਕੋਈ ਸਾਥੀ ਆਇਆ ਹੈ ਜਾਂ ਅਟੈਂਡੈਂਟ ਆਇਆ ਹੈ ਤੇ ਉਹਦੇ ਰਹਿਣ ਦਾ ਔਰ ਨਾਸ਼ਤਾ ਰੋਟੀ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਇਹਨਾਂ ਵੱਲੋਂ ਫ੍ਰੀ ਆਫ ਕਾਸਟ ਕੀਤਾ ਜਾਂਦਾ ਹੈ, ਜਿਹਦੀ ਕੋਈ ਭੇਟਾ ਨਹੀਂ ਲਿੱਤੀ ਜਾਂਦੀ। ਜੋ ਮੈਂ ਚੀਜ਼ ਦੇਖ ਕੇ ਆਇਆ, ਔਰ ਜਿਹੜਾ ਕਾਲਜ ਬਣਾਇਆ ਉਹਦੀ ਬਿਲਡਿੰਗ ਉਸ ਟਾਈਮ ਤਾਂ ਅੱਧੀ ਬਣੀ ਸੀਗੀ, ਪਰ ਹੁਣ ਪਤਾ ਲੱਗਿਆ ਕਿ ਉਹ ਵੀ ਇੱਕ ਬਿਲਡਿੰਗ ਲਖੀਮਪੁਰ ਵਰਗੇ ਛੋਟੇ ਜਿਹੇ ਪਿੰਡ ਦੇ ਵਿੱਚ ਬਣੀ ਹੈ। ਉਹ ਵੀ ਕਮਾਲ ਹੈ। ਤੀਸਰੀ ਇੱਕ ਹੋਰ ਗੱਲ ਮੈਂ ਕਵਾਂਗਾ, ਪਿਛਲੇ ਦਿਨਾਂ 'ਚ ਜਦੋਂ ਬਹਾਦਰ ਸਿੰਘ ਜੀ ਨਾਲ ਪਿਛਲੇ ਸਾਲ ਮੇਲ ਹੋਇਆ, ਹਾਪੁੜ ਦੇ ਵਿੱਚ ਭੋਰਾ ਸਾਹਿਬ ਬੀਬੀ ਸੰਤੋਸ਼ ਕੌਰ ਜੀ ਦਾ ਜਨਮ ਸਥਾਨ ਹੈ ਜੋ ਹੁਣ ਇਸ ਦੁਨੀਆ 'ਚ ਨਹੀਂ ਹੈਗੇ। ਉੱਥੇ ਇਹਨਾਂ ਨੇ ਆਈਸ ਚੈੱਕਅਪ ਕੈਂਪ ਲਗਾਇਆ ਤੇ ਉੱਥੋਂ ਦੀ ਲਖੀਮਪੁਰ ਰਫਲੀ 2 ਘੰਟੇ ਤੋਂ ਵੱਧ ਕੇ 4 ਘੰਟੇ ਦਾ ਰਸਤਾ ਹੈ ਤੇ ਉੱਥੇ ਜਿਹੜੇ ਬੰਦਿਆਂ ਦੇ ਆਪਰੇਸ਼ਨ ਹੋਣੇ ਸੀ ਉਹਨਾਂ ਵਾਸਤੇ ਵੀ ਬੱਸਾਂ ਦਾ ਇੰਤਜ਼ਾਮ ਕੀਤਾ ਕਿ ਇੱਥੋਂ ਉਹਨਾਂ ਨੂੰ ਬੱਸਾਂ ਲੈ ਕੇ ਜਾਣਗੀਆਂ, ਉੱਥੇ ਆਪਰੇਸ਼ਨ ਹੋਣਗੇ ਤੇ ਫਿਰ ਛੱਡ ਕੇ ਜਾਣਗੀਆਂ। ਇਹ ਠੀਕ ਹੈ, ਉਹਨਾਂ ਨੇ ਕਿਹਾ ਕਿ ਜੀ ਆਪਣੇ ਮੁਖੋਂ ਨਹੀਂ ਉਤਾਰਿਆ, ਬਟ ਜਿਹੜੀ ਚੀਜ਼ ਮੈਂ ਦੇਖ ਕੇ ਆਇਆ ਔਰ ਸਜਦਾ ਕਰਾਂਗਾ ਇਹ ਸੇਵਾ ਨੂੰ ਤੇ ਮਨੁੱਖਤਾ ਦੀ ਸੇਵਾ, ਔਰ ਜਿਹੜਾ ਮਾਰਕ ਦਿੱਤਾ ਆਪ ਜੀ ਨੇ ਉੱਤਮ ਸੇਵਾ, ਉਹ ਸੱਚ ਜਾਣਿਓ ਸੱਚਮੁੱਚ ਜਿਹੜੇ ਗੁਰੂ ਨਾਨਕ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਹੋਏ ਸੇਵਾ ਕਰ ਰਹੇ ਨੇ। ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਔਰ ਗੁਰੂ ਸਾਹਿਬ ਅੱਗੇ ਅਰਦਾਸ ਕਰਾਂਗੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਹਿੰਮਤ ਬਖਸ਼ਣ, ਤਾਕਤ ਬਖਸ਼ਣ, ਤਾਂ ਜੋ ਇਹ ਜਿਹੜੀ ਸੇਵਾਵਾਂ ਕਰ ਰਹੇ ਨੇ ਹੋਰ ਸੇਵਾਵਾਂ ਆਪਣੀ ਕੌਮ ਦੀਆਂ ਤੇ ਨਾਲ ਨਾਲ ਮਾਨਵਤਾ ਦੀ ਵੀ ਕਰ ਸਕਣ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦਰ ਸਿੰਘ ਜੀ। ਅਸੀਂ ਫਿਰ ਕਿਸੇ ਪ੍ਰੋਗਰਾਮ ਵਿੱਚ ਆਪ ਜੀ ਨਾਲ ਹੋਰ ਸਾਂਝ ਕਰਾਂਗੇ ਤੇ ਫਤਿਹ ਗਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।